ਪੁੱਛਦੇ ਸਨ ਕਿ ਕੀ ਕਰਦਾ, ਤੇ ਮੇਰੇ ਫਾਦਰ ਸਾਹਿਬ ਬੋਲਦੇ ਸਨ ਕਿ ਉਹ ਜੀ ਥੀਏਟਰ ਕਰਦਾ, ਨਾਟਕ ਕਰਦਾ ਹੈ। ਤੇ ਉਹਨਾਂ ਅੰਕਲ ਦਾ ਇਹ ਜਵਾਬ ਹੁੰਦਾ ਸੀ ਕਿ ਲੋ ਥੀਏਟਰ ਵੇਟਰ ਤੇ ਕਰਦਾ ਹੈ, ਲੇਕਿਨ ਕਰਦਾ ਕੀ ਹੈ? ਤੁਹਾਨੂੰ ਲੋਕ ਕਹਿਣਗੇ ਰੁਲ ਜਾਏਗਾ, ਕੋਟ ਅਨਕੋਟ ਕਹਿ ਰਿਹਾ, ਕੁਝ ਨਹੀਂ ਬਣੇਗਾ, ਬੇੜਾ ਗਰਕ। ਰੁਲ ਜਾਏਗਾ ਤੇ ਘੱਟੋ ਘੱਟ ਮੈਂ 50 ਵਾਰ ਸੁਣਿਆ ਹੋਏਗਾ ਕਿ ਰੁਲ ਜਾਏਗਾ, ਰੁਲ ਜਾਏਗਾ। ਕਈ ਵਾਰ ਮੈਨੂੰ ਕਿਹਾ ਗਿਆ ਰੁਲ ਜਾਏਗਾ। ਮੈਂ ਕਲਕੱਤਾ ਸੀ, ਕੋਈ ਬਾਹਰ ਅਸੀਂ ਟੈਕਸੀ ਜਾ ਰਹੇ ਸੀ, ਕੋਈ ਮੁੰਡਾ ਦੇਖ ਕੇ ਕਹਿੰਦਾ ਹੈ ਬੱਲੇ ਬੱਲੇ। ਮਤਲਬ ਮੈਂ ਸੋਚ ਰਿਹਾ ਸੀ ਉਹ ਬੱਲੇ ਬੱਲੇ ਕਿੱਥੋਂ ਆਇਆ ਹੋਏਗਾ। ਮੈਂ ਸਵੇਰੇ ਉੱਠ ਕੇ ਆਪਣੇ ਘਰ ਬੱਲੇ ਬੱਲੇ ਕਦੇ ਨਹੀਂ ਕਰਦਾ, ਮੈਨੂੰ ਲੱਗਦਾ ਨਹੀਂ ਸਾਡੇ 'ਚ ਕੋਈ ਵੀ ਕਰਦਾ ਹੋਏਗਾ। ਮੈਂ ਜ਼ਿੰਦਗੀ 'ਚ ਇੱਕ ਕੰਮ ਜੋ ਚੰਗਾ ਕੀਤਾ ਉਹ ਇਹ ਕੀਤਾ ਕਿ ਮੈਂ ਉਹ ਕਹਿੰਦੇ ਖੁਸਰੋ ਦਰਿਆ ਪ੍ਰੇਮ ਕਾ ਉਲਟੀ ਵਾਕੀ धार, खुसरो दरिया प्रेम का उल्टी वाकी धार, जो उबरा सो डूब गया, जो डूबा सो पार। ਗੱਲ ਕੁਛ ਐਵੇਂ ਜੀ ਹੈ ਜੀ ਮੇਰੇ ਜੀਵਨ ਦੀ। ਸ਼ੁਰੂਆਤ ਇੱਕ ਐਵੇਂ ਜੇ ਘਰ ਤੋਂ ਜਿੱਥੇ 7 ਪੁਸ਼ਤਾਂ ਉੱਪਰ ਤੇ 7 ਪੁਸ਼ਤਾਂ ਲੈਫਟ ਰਾਈਟ, ਕਦੇ ਕਿਸੇ ਥੀਏਟਰ ਫਿਲਮ ਤੇ ਛੱਡੋ, ਪੜ੍ਹਨੇ ਲਿਖਣੇ ਦਾ ਕੋਈ ਰਾਬਤਾ ਨਹੀਂ, ਪੜ੍ਹਨੇ ਲਿਖਣੇ ਨਾਲ ਕੋਈ ਇੰਗੇਜਮੈਂਟ ਨਹੀਂ। ਮੈਂ ਦਿੱਲੀ ਯੂਨੀਵਰਸਿਟੀ ਦੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ 'ਚ ਐਡਮਿਸ਼ਨ ਲਿਆ। 1996 to 1999 ਦਾ ਮੇਰਾ ਸਫ਼ਰ ਹੈਗਾ ਉੱਥੇ। ਤੇ ਮੈਂ ਸਾਇੰਸ ਦਾ ਸਟੂਡੈਂਟ ਸੀ ਸਕੂਲ ਵਿੱਚ। ਸਾਇੰਸ ਅੱਗੇ ਪੜ੍ਹਨੀ ਜਾਂ ਨਹੀਂ ਪੜ੍ਹਨੀ ਇੱਕ ਸਵਾਲ ਇਹ ਸੀ। ਉਹਦੇ ਬਾਅਦ ਸਮਝ ਆਇਆ ਕਿ ਸਾਇੰਸ ਨਾਲ ਜ਼ਿਆਦਾ ਰਾਬਤਾ ਬਣ ਨਹੀਂ ਰਿਹਾ, ਤੇ ਲਿਟਰੇਚਰ ਪੜ੍ਹਨ ਦਾ ਚਾਅ ਸੀ। ਤੇ BA ਆਨਰਸ ਇੰਗਲਿਸ਼ ਵਿੱਚ ਸੈਕਿੰਡ ਕੱਟ ਆਫ ਵਿੱਚ ਨਾ ਆ ਗਿਆ ਤੇ ਐਡਮਿਸ਼ਨ ਲੈ ਲਿਆ। ਲਿਟਰੇਚਰ ਦੇ ਨਾਂ ਤੋਂ ਜੋ ਘਰ ਪੜ੍ਹਿਆ ਸੀ ਥੋੜ੍ਹਾ ਬਹੁਤ, ਜ਼ਿਆਦਾਤਰ ਰਿਲੀਜੀਅਸ ਲਿਟਰੇਚਰ ਉਹੀ ਪੜ੍ਹਿਆ ਸੀ, ਉਸ ਤੋਂ ਜ਼ਿਆਦਾ ਕੁਛ ਨਾਂ ਵੀ ਪਤਾ ਨਹੀਂ ਸਨ। ਕਲਾਸ ਦੇ ਅੰਦਰ ਅਸੀਂ ਲਿਟਰੇਚਰ ਪੜ੍ਹਦੇ ਸੀ, ਕਲਾਸ ਤੋਂ ਬਾਹਰ ਅਸੀਂ ਡਰਾਮਾ ਕਰਦੇ ਸੀ, ਰਿਹਰਸਲਾਂ ਹੁੰਦੀਆਂ ਸਨ। ਤੇ ਅਗਰ ਸਾਡਾ ਸ਼ੈਡਿਊਲ ਸਵੇਰੇ 8, 8:30 ਤੋਂ ਲੈ ਕੇ 1:30 ਵਜੇ ਤੱਕ ਦਾ ਕਲਾਸਰੂਮ ਦਾ ਸੀ, ਉਹਦੇ ਬਾਅਦ ਅਸੀਂ ਜੋ ਥੀਏਟਰ ਸੁਸਾਇਟੀ ਕਾਲਜ ਦੀ ਅੰਕੁਰ, ਉਹਦੇ ਨਾਲ ਅਸੀਂ ਥੀਏਟਰ ਪ੍ਰੈਕਟਿਸ ਕਰਨਾ। ਕਦੇ ਕਦੇ ਤੇ ਐਂ ਲੱਗਦਾ ਕਿ ਸਵੇਰੇ ਗਏ ਤੇ ਰਾਤੀ ਘਰ ਪਹੁੰਚੇ। ਇਹ 2.5-3 ਸਾਲ ਦਾ ਸਫ਼ਰ ਰਿਹਾ। ਇੱਕ ਟਿਪੀਕਲ ਮਿਡਲ ਕਲਾਸ ਫੈਮਿਲੀ ਜੋ ਐਕਸਪੈਕਟ ਕਰਦੀ ਹੈ ਕਿ ਘਰ ਦਾ ਮੁੰਡਾ ਹੁਣ ਕੰਮ ਕਰੇਗਾ ਜਾਂ ਪੜ੍ਹੇਗਾ, ਪੜ੍ਹਨੇ ਤੋਂ ਬਾਅਦ ਕਮਾਏਗਾ ਤੇ ਕਮਾ ਕੇ ਘਰ ਕੁਛ ਲਿਆਏਗਾ ਤੇ ਕੁਛ ਤਰੱਕੀ ਹੋਏਗੀ। ਉੱਥੇ ਥੀਏਟਰ ਵਰਗੀ ਚੀਜ਼ ਨੂੰ ਮਤਲਬ ਤਵੱਜੋ ਨਾ ਦੇਣਾ ਬਹੁਤ ਮੈਨੂੰ ਲੱਗਦਾ ਹੈ ਆਮ ਜਿਹੀ ਗੱਲ ਹੈਗੀ। ਉਸ ਘਰ ਤੋਂ ਨਿਕਲਣਾ, ਥੀਏਟਰ ਕਰਨਾ, ਥੀਏਟਰ ਕਰਨ ਤੋਂ ਬਾਅਦ 20 ਸਾਲ ਇੱਕ ਥੀਏਟਰ ਗਰੁੱਪ ਨਾਲ ਨਿਭਾਉਣਾ, ਔਰ ਉਹਦੇ ਨਾਲ ਲਿਟਰੇਚਰ ਨੂੰ, ਸਾਹਿਤ ਨੂੰ ਪੜ੍ਹਨਾ, ਸਮਝਣਾ, ਪੜ੍ਹਾਉਣਾ, ਔਰ ਉੱਥੋਂ ਇੱਕ ਮੂਵ ਕਰਨਾ ਫਿਲਮ ਦੇ ਇੱਕ ਵਿਸ਼ਾਲ ਘੇਰੇ ਵਿੱਚ, ਤੇ ਆਪਣੀ ਆਈਡੈਂਟਿਟੀ ਨੂੰ ਬਰਕਰਾਰ ਰੱਖਦੇ ਹੋਏ ਫਿਗਰ ਆਊਟ ਕਰਨਾ ਕਿ ਕੀ ਕੰਮ ਕਰਨਾ ਹੈ ਤੇ ਕੀ ਛੱਡਣਾ ਹੈ। ਅਟੈਲੀਅਰ ਥੀਏਟਰ ਇੱਕ ਥੀਏਟਰ ਕੰਪਨੀ ਹੈ, 2004 ਵਿੱਚ ਫਾਰਮ ਕੀਤੀ, ਇਹ ਸੋਚ ਕੇ ਕਿ ਇੱਕ ਅੰਬਰੇਲਾ ਆਰਗੇਨਾਈਜੇਸ਼ਨ ਚਾਹੀਦੀ ਹੁੰਦੀ ਜੇ ਤੁਸੀਂ ਥੀਏਟਰ ਕਰਨਾ ਦਿੱਲੀ ਵਿੱਚ। ਕਰਦੇ ਕਰਾਂਦੇ ਉਹ ਅੰਬਰੇਲਾ ਆਰਗੇਨਾਈਜੇਸ਼ਨ ਇੱਕ ਇੰਨੀ ਵੱਡੀ ਅੰਬਰੇਲਾ ਬਣ ਗਈ ਕਿ ਉਹ ਸਾਨੀ ਨਹੀਂ ਸਾਂਭ ਰਹੀ ਸੀ, ਹੋਰ ਬਹੁਤ ਸਾਰੇ ਥੀਏਟਰ ਪ੍ਰੈਕਟੀਸ਼ਨਰਸ ਨੂੰ ਸਾਂਭਣਾ ਸ਼ੁਰੂ ਕਰ ਦਿੱਤਾ। ਇੱਕ ਬਹੁਤ ਹੀ ਵੱਡਾ ਕੈਂਪਸ ਥੀਏਟਰ ਫੈਸਟੀਵਲ ਜੋ ਇੱਕ ਸੀਡ ਦੀ ਤਰ੍ਹਾਂ ਪਲਾਂਟ ਕੀਤਾ ਸੀ 2007 ਵਿੱਚ, ਉਹ 13ਵਾਂ ਸੀਜ਼ਨ ਉਹਦਾ ਹੁਣੇ ਨਿਪਟਿਆ ਹੈਗਾ। ਉਹ 13 ਸਾਲ, 2 ਕੋਵਿਡ ਦੇ ਸਾਲ ਹੋਰ ਲਾਣੇ ਚਾਹੀਦੇ, 15 ਸਾਲ ਉਸ ਫੈਸਟੀਵਲ ਦੀ ਵਿਸ਼ਾਲਤਾ ਇਹ ਹੈਗੀ ਕਿ ਉਹ ਕਾਲਜ ਦੇ ਅੰਦਰ ਹੋਣ ਵਾਲੇ ਥੀਏਟਰ ਨੂੰ ਸਮਝਦਾ, ਨਰਿਸ਼ ਕਰਦਾ, ਤੇ ਉਹਨੂੰ ਅਸੀਂ ਕਿਊਰੇਟ ਕਰਨੇ ਹਾਂ। ਮੈਂ ਇੱਕ ਛੋਟਾ ਸਾ ਨੁਕਤਾ ਇਸ ਕਰਕੇ ਦਿੱਤਾ ਕਿ ਜਦੋਂ 2004 ਵਿੱਚ ਇਸ ਥੀਏਟਰ ਦੀ ਅਸੀਂ ਸਥਾਪਨਾ ਕੀਤੀ ਸੀ, ਉਹਦੇ ਕਦੇ ਸੋਚਿਆ ਨਹੀਂ ਸੀ ਕਿ ਅਸੀਂ ਇੰਨੀ ਲੰਬੀ ਦੌੜ ਜਾਵਾਂਗੇ। 2023 ਅੱਜ ਉਹ ਫੈਸਟੀਵਲ 6 ਸਿਟੀਜ਼ ਵਿੱਚ ਪਰਫਾਰਮ ਕੀਤਾ ਜਾਂਦਾ ਹੈਗਾ। ਮੈਂ ਇਹ ਹਮੇਸ਼ਾ ਫੀਲ ਕਰਨਾ ਕਿ ਇਹ ਸਾਰੇ ਕੰਮ ਜੋ ਨੇ ਇਹ ਇਸ਼ਕ ਦੇ ਕੰਮ ਨੇ, ਪਿਆਰ ਦੇ ਕੰਮ ਨੇ, ਮੁਹੱਬਤ ਦੇ ਕੰਮ ਨੇ। ਉਹਦੇ ਬਿਨਾਂ
ਰਸਤੇ ਲੱਭਦੇ ਨਹੀਂ। ਇਹ ਕਹਿ ਦੇਣਾ ਕਿ ਇਹ 20 ਸਾਲ ਸਮੂਥਲੀ ਚਲੇ ਗਏ, ਕੱਖ ਪਤਾ ਨਹੀਂ ਚੱਲਿਆ, ਕੁਝ ਹੋਇਆ ਨਹੀਂ, ਤੇ ਇਹ ਥੋੜ੍ਹੀ ਸੀ ਅੰਡਰਸਟੇਟਮੈਂਟ ਹੋਏਗੀ। ਜਿਵੇਂ ਮੈਂ ਪਹਿਲੇ ਕਿਹਾ ਕਿ ਇਹ ਸਾਰੇ ਕੰਮ ਪੈਸ਼ਨ, ਪਿਆਰ, ਇਸ਼ਕ 'ਤੇ ਖੜ੍ਹੇ ਨੇ। ਇੱਕ ਜ਼ਿੱਦ ਇਹ ਹੀ ਸੀ ਕਿ ਸਾਡੇ ਵੱਡਿਆਂ ਸਾਨੂੰ ਕਿਹਾ ਕਿ 4-5 ਸਾਲਾਂ 'ਚ ਬੰਦ ਹੋ ਜਾਣਾ, ਅਤੇ ਬੰਦ ਤੇ ਨਹੀਂ ਹੋਣ ਦਿਆਂਗੇ, ਦੇਖਾਂਗੇ ਕਿ ਰਸਤੇ ਕਿੱਥੇ ਨਿਕਲਣਗੇ। ਅਤੇ ਮੈਨੂੰ ਲੱਗਦਾ ਅਸੀਂ ਇਹੀ ਕੀਤਾ ਸੀ। ਅਸੀਂ ਬਹੁਤ ਬਹੁਤ ਭਾਵ ਨਾਲ, ਬਹੁਤ ਵਿਚਾਰ ਨਾਲ, ਬਹੁਤ ਪਿਆਰ ਨਾਲ ਇੱਕ ਹੀ ਕੰਮ ਕੀਤਾ, ਥੀਏਟਰ। ਔਰ ਉੱਥੋਂ ਰਸਤੇ ਇੰਨੇ ਨਿਕਲਣਾ ਸ਼ੁਰੂ ਹੋ ਗਏ ਕਿ ਅਸੀਂ ਆਪ ਹੀ ਸੋਚ ਰਹੇ ਸੀ ਕਿ ਇਹ ਹੋ ਕੀ ਰਿਹਾ। ਜਿਨ ਲੱਗਦਾ ਕਿ ਇਹ ਕੁਛ ਮੈਜਿਕ ਵਰਗਾ ਚੱਲ ਰਿਹਾ। ਜਦੋਂ 3 ਸਾਲ ਕਾਲਜ ਦਾ ਸਫ਼ਰ ਰਿਹਾ, ਜਿੱਥੇ ਲਿਟਰੇਚਰ ਪੜ੍ਹੀਦਾ ਸੀ, ਥੀਏਟਰ ਪ੍ਰੈਕਟਿਸ ਕਰੀਦਾ ਸੀ, ਘਰ ਦੇ ਵੱਡੇ ਔਖੇ ਵੀ ਹੁੰਦੇ ਸਨ, ਪਰੇਸ਼ਾਨ ਵੀ ਹੁੰਦੇ ਸਨ। ਮਾਵਾਂ ਰੋ ਵੀ ਪੈਂਦੀਆਂ ਕਿ ਇਹ ਕੀ ਕਰੀ ਜਾਂਦੇ ਨੇ, ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ। ਮੈਨੂੰ ਲੱਗਦਾ ਉਹ ਜੋ ਟਾਈਮ ਸੀ, ਉਸ ਟਾਈਮ ਵਿੱਚ ਦੇਖਣਾ, ਪੜ੍ਹਨਾ ਅਤੇ ਕਰਨਾ, ਇਹ ਤਿੰਨੋਂ ਕੰਮ ਹੋ ਰਹੇ ਸਨ। ਪੋਸਟ ਕਾਲਜ ਅਚਾਨਕ ਇੱਕ ਗੈਪ ਵੀ ਰਿਹਾ ਕਿ ਹੁਣ ਗ੍ਰੈਜੂਏਸ਼ਨ ਹੋ ਗਈ, ਹੁਣ ਅੱਗੇ ਕੀ ਕਰੀਏ। ਸਾਡੇ ਤੋਂ ਹੀ ਕੁਝ ਸਟੂਡੈਂਟਸ ਮਾਸਟਰਸ ਕਰ ਰਹੇ ਸਨ, ਕੁਝ ਸਟੂਡੈਂਟਸ ਜਰਨਲਿਜ਼ਮ ਕਰ ਰਹੇ ਨੇ, ਕੋਈ ਮੈਸ ਕਮਿਊਨੀਕੇਸ਼ਨ ਕਰ ਰਿਹਾ, ਕੋਈ ਨੌਕਰੀਆਂ 'ਚ ਵੀ ਲੱਗ ਗਿਆ। ਅਤੇ ਮੇਰਾ ਰੁਝਾਨ ਅਕੈਡਮਿਕਸ ਦੀ ਤਰਫ ਸੀ, ਅਤੇ ਮੈਂ ਮਾਸਟਰਸ ਕਰਦਾ ਰਿਹਾ। ਨਾਲ ਨਾਲ ਮੈਂ ਇੱਕ ਛੋਟੀ ਸੀ ਫਰੀਲਾਂਸਿੰਗ ਜੋਬ ਲੱਭੀ ਟੂ ਸਟਾਰਟ ਵਿਦ। ਉਹਦੇ 'ਚ ਮੈਂ ਨਿਊਜ਼ਪੇਪਰ ਇਨ ਐਜੂਕੇਸ਼ਨ ਕਰਕੇ ਇੱਕ ਸਕੂਲਾਂ ਦੇ ਅੰਦਰ ਉਹਦੇ ਥਰੂ ਵਰਕਸ਼ਾਪ ਕਰਾਉਣ ਜਾਂਦਾ ਸੀ, ਅਤੇ ਛੋਟੇ ਸਕੂਲ ਦੇ ਬੱਚਿਆਂ ਨਾਲ ਥੀਏਟਰ ਇਨ ਐਜੂਕੇਸ਼ਨ 'ਤੇ ਵਰਕਸ਼ਾਪ ਕਰਦਾ ਰਿਹਾ ਅਲੋਂਗ ਵਿਦ ਮਾਸਟਰਸ। ਅਤੇ ਉਹ ਥੋੜ੍ਹਾ ਆਪਣਾ ਮੈਂ ਖਰਚਾ ਪਾਣੀ ਨਿਕਾਲਦਾ ਰਿਹਾ। ਹੋਰ ਘਰ ਵਾਲਿਆਂ ਨੂੰ ਮੈਂ ਬੋਦਰ ਨਹੀਂ ਕਰਦਾ ਸੀ, ਲੇਕਿਨ ਐਟ ਦ ਸੇਮ ਟਾਈਮ ਇਹ ਕੌਨਸਟੈਂਟ ਇੱਕ ਪ੍ਰੈਸ਼ਰ ਸੀ ਕਿ ਇਹ ਕਿੰਨੇ ਦਿਨ ਤੱਕ ਚੱਲੇਗਾ, ਇਹ ਫਰੀਲਾਂਸਿੰਗ ਕਦੋਂ ਤੱਕ ਹੋਏਗੀ, ਇਹ ਕਦੇ ਸਸਟੇਨੇਬਲ ਹੈ, ਕੁਛ ਸਾਲਾਂ ਬਾਅਦ ਇਹ ਖ਼ਤਮ ਤਾਂ ਨਹੀਂ ਹੋ ਜਾਏਗੀ, ਵਗੈਰਾ ਵਗੈਰਾ ਵਗੈਰਾ। ਉਹ ਲਿਸਟ ਬੜੀ ਲੰਬੀ ਹੈ। ਮਾਸਟਰਸ ਤੋਂ ਬਾਅਦ ਮੈਂ ਐਮਫਿਲ ਕਰਨੇ ਦੇ ਦੌਰਾਨ ਦਿੱਲੀ ਯੂਨੀਵਰਸਿਟੀ ਖਾਲਸਾ ਕਾਲਜ ਐਜ਼ ਐਨ ਐਡ ਹੌਕ ਲੱਗਾ, ਅਤੇ ਉੱਥੇ ਫਿਰ ਮੈਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉਹ ਸਮਾਂ ਸੀ ਜਿਸ ਸਮੇਂ ਸੈਲਰੀ ਤੁਹਾਡੇ ਅਕਾਊਂਟ 'ਚ ਆਉਂਦੀ ਹੈ, ਅਤੇ ਤੁਹਾਡੇ ਪੇਰੈਂਟਸ ਨੂੰ ਲੱਗਦਾ ਕਿ ਹੁਣ ਮੇਰਾ ਪੁੱਤ ਕੁਛ ਕਰਨ ਜੋਗਾ ਬਣਿਆ। ਕਿਉਂਕਿ ਉਹ ਮੇਰੇ ਫਾਦਰ ਸਾਹਿਬ ਕੋਲ ਇੱਕ ਸਾਡੇ ਅੰਕਲ ਆਉਂਦੇ ਸਨ, ਉਹ ਪੁੱਛਦੇ ਸਨ ਕਿ ਕੀ ਕਰਦਾ, ਅਤੇ ਮੇਰੇ ਫਾਦਰ ਸਾਹਿਬ ਬੋਲਦੇ ਸਨ ਕਿ ਉਹ ਜੀ ਥੀਏਟਰ ਕਰਦਾ, ਨਾਟਕ ਕਰਦਾ। ਅਤੇ ਉਹਨਾਂ ਅੰਕਲ ਦਾ ਜਵਾਬ ਹੁੰਦਾ ਸੀ ਕਿ ਲੋ ਥੀਏਟਰ ਵੇਟਰ ਤਾਂ ਕਰਦਾ ਹੈ, ਲੇਕਿਨ ਕਰਦਾ ਕੀ ਹੈ। ਉਹ ਕਰਦਾ ਕੀ ਹੈ ਬੜਾ ਵੱਡਾ ਕੁਐਸਚਨ ਹੈ, ਕਿਉਂਕਿ ਸਾਡੇ ਜਿਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ, ਉੱਥੇ ਲੱਗਦਾ ਕਿ ਥੀਏਟਰ ਕਰਨਾ ਜਾਂ ਕਿਸੇ ਕਲਾ ਨੂੰ ਪ੍ਰੈਕਟਿਸ ਕਰਨਾ ਕੰਮ ਹੈ ਹੀ ਨਹੀਂ। ਕੰਮ ਉਹੀ ਹੈ ਜੋ ਕਮਰਸ਼ੀਅਲੀ ਕੁਛ ਪੈਸਾ ਲਿਆ ਰਿਹਾ ਹੋਏ। ਆਈ ਥਿੰਕ ਜਦੋਂ ਕਾਲਜ ਵਿੱਚ ਪੜ੍ਹਾਉਣ ਦਾ ਇੱਕ ਅਸਾਈਨਮੈਂਟ ਮਿਲਿਆ, ਜੋਬ ਮਿਲੀ, ਉਹ ਕੁਛ ਘਰ ਇੱਕ ਰੈਗੂਲਰ ਬੇਸਿਸ 'ਤੇ ਪੈਸੇ ਆਉਣ ਲੱਗੇ, ਅਤੇ ਉਹ ਸਾਰੀ ਚੀਜ਼ ਪੇਰੈਂਟਸ ਨੂੰ ਥੋੜ੍ਹਾ ਸੈਟਿਸਫਾਈਡ ਅਤੇ ਗ੍ਰੈਟੀਫਾਈ ਕਰ ਦਿੱਤਾ ਕਿ ਚਲੋ ਹੁਣ ਸਾਡਾ ਪੁੱਤ ਕੁਛ ਕਰਨਾ ਸ਼ੁਰੂ ਕਰ ਬੈਠਾ। ਮੈਂ ਵੀ ਥੀਏਟਰ ਨਾਲ ਕਰ ਹੀ ਰਿਹਾ ਸੀ, ਲੇਕਿਨ ਉਹ ਫੁੱਲ ਟਾਈਮ ਤੁਸੀਂ ਨਹੀਂ ਕਰਦੇ। ਫਿਰ ਸਵੇਰੇ ਦਾ ਟਾਈਮ ਤੁਹਾਡਾ ਕਾਲਜ ਦੀ ਕਲਾਸਾਂ 'ਚ ਲੱਗਦਾ ਹੈ, ਅਤੇ ਨਾਲ ਨਾਲ ਤੁਸੀਂ ਥੀਏਟਰ ਪ੍ਰੈਕਟਿਸ ਕਰ ਰਹੇ ਹੁੰਦੇ ਹੋ। ਜਿਸ ਕਿਸਮ ਦਾ ਥੀਏਟਰ ਅਸੀਂ ਪ੍ਰੈਕਟਿਸ ਕਰਨਾ ਚਾਹੁੰਦੇ ਵੀ ਸੀ, ਉਹਦੇ 'ਚ ਵੀ ਕਾਲਜ ਦੇ ਅੰਦਰ ਕਈ ਕਿਸਮਾਂ ਦੀਆਂ ਮਤਲਬ ਪ੍ਰੋਬਲਮਸ ਵੀ ਦਿਖ ਰਹੀਆਂ ਸਨ, ਅਤੇ ਲੋਕ ਬਹੁਤ ਸੈਟਿਸਫਾਈਡ ਨਹੀਂ ਸਨ ਕਿ ਇਸ ਕਿਸਮ ਦਾ ਕੰਮ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਅਤੇ 10 ਸਾਲ ਕਾਲਜ ਦੇ ਅੰਦਰ ਪੜ੍ਹਾਇਆ, ਅਤੇ 2017 ਵਿੱਚ ਮੈਂ ਕਾਲਜ ਦੀ ਜੋਬ ਤੋਂ ਰਿਜ਼ਾਈਨ ਕੀਤਾ ਵਿਦਆਊਟ ਇਨਫੋਰਮਿੰਗ ਮਾਈ ਪੇਰੈਂਟਸ। ਉਹਨਾਂ ਨੂੰ ਜ਼ਿਆਦਾ ਅਗਰ ਦੱਸ ਦੇਈਏ ਤਾਂ ਫਿਰ ਮੈਨੂੰ ਨਹੀਂ ਲੱਗਦਾ ਉਹ ਸਟੈਪ ਮੈਂ ਲੈ ਵੀ ਸਕਦਾ ਸੀ। ਅਤੇ ਉਹਨਾਂ ਨੂੰ ਬਿਨਾਂ ਇਨਫੋਰਮ ਕੀਤੇ ਕਾਲਜ ਦੀ ਜੋਬ ਛੱਡੀ, ਅਤੇ ਫੁੱਲ ਟਾਈਮ ਮੈਂ ਫਿਰ ਅਟੈਲੀਅਰ ਨਾਲ ਜੋ ਥੀਏਟਰ ਗਰੁੱਪ ਹੈ ਉਹਦੇ ਨਾਲ ਲੱਗਿਆ। ਹੋਰ ਇਹ ਵੀ ਨਹੀਂ ਸੀ ਕਿ ਮੇਰੇ ਕੋਲ ਬਹੁਤ ਵੱਡੇ ਪ੍ਰੋਜੈਕਟਸ ਕੋਈ ਪਏ ਹੋਏ ਸਨ ਜਿਸ ਕਰਕੇ ਮੈਂ ਜੋਬ ਛੱਡੀ, ਬਟ ਮੈਨੂੰ ਲੱਗ ਰਿਹਾ ਸੀ ਕਿ ਮੈਂ ਜਸਟਿਸ ਨਹੀਂ ਦੇ ਪਾ ਰਿਹਾ, ਨਾ ਆਪਣੇ ਥੀਏਟਰ ਵਰਕ ਨੂੰ ਤਰੀਕੇ ਨਾਲ ਮੈਂ ਸਾਂਭ ਪਾ ਰਿਹਾ, ਜਿਹਦੇ ਪਿੱਛੇ ਮੈਂ ਆਪਣੇ ਜ਼ਿੰਦਗੀ ਦੇ ਕਾਫੀ ਇੰਪੋਰਟੈਂਟ ਸਾਲ ਲਗਾਏ ਨੇ। ਪਲੱਸ ਨੌਕਰੀ ਵਿੱਚ ਵੀ ਉਸ ਕਿਸਮ ਦੇ ਸਵਾਲ, ਬਹੁਤ ਸਾਰੇ FY UP CB CSS ਕਿਸਮ ਦੀ ਸਕੀਮਾਂ ਆ ਗਈਆਂ ਸਨ, ਜਿੱਥੇ ਅਚਾਨਕ ਇਹ ਲੱਗੇ ਕਿ ਜੋ ਟੀਚਿੰਗ ਦਾ ਪੂਰਾ ਕੰਮ ਕਾਜ ਸੀ, ਉਹਦੇ ਟੀਚਰ ਬਹੁਤ ਇਰਰੈਲੇਵੈਂਟ ਹੋ ਗਿਆ।
ਤੇ ਹੁਣ ਜਾਂ ਤੇ ਫਿਰ ਉਸ ਇਰਰੈਲੇਵੈਂਟ ਕੰਮ ਨੂੰ ਅਸੀਂ ਕਰਦੇ ਰਹਿੰਦੇ ਫॉर ਦ ਰੈਸਟ ਆਫ ਆਰ ਲਾਈਫ, ਜਾਂ ਡਿਸਾਈਡ ਕਰਦੇ ਕਿ ਕੁਛ ਮੀਨਿੰਗਫੁਲ ਕੰਮ ਕਰ ਲਈਏ। ਤੇ ਮੈਂ ਆਪਣੇ ਵਾਸਤੇ ਡਿਸੀਜਨ ਲਿਆ ਕਿ 2017 ਤੋਂ ਬਾਅਦ ਮੈਂ ਫਿਰ ਜੋ ਵੀ ਕੰਮ ਕਰਨਾ ਹੈ, ਉਹ ਐਵੇਂ ਜਿਹਾ ਕੰਮ ਕਰਾਂ ਜਿਹਦੇ 'ਚ ਕੁਛ ਮੀਨਿੰਗ ਹੋਏ, ਜਿਹਦੇ 'ਚ ਕੁਛ ਰਸ ਹੋਏ, ਜਿਹਦੇ 'ਚ ਕੁਛ ਇੱਕ ਲੌਂਗ ਟਰਮ ਕੁਛ ਜਵਾਬ ਨਿਕਲ ਕੇ ਆਉਣ ਉਹ ਸਾਰੇ ਸਵਾਲਾਂ ਦੇ ਜੋ ਅਸੀਂ ਕਾਲਜ ਦੇ ਦੌਰਾਨ ਖੜੇ ਕੀਤੇ ਸਨ। ਮੈਨੂੰ ਲੱਗਦਾ ਹੈ ਇਹ ਇੱਕ ਇੰਪੋਰਟੈਂਟ ਸਟੈਪ ਸੀ, ਹਾਲਾਂਕਿ ਬਹੁਤ ਡੇਂਜਰਸ ਸਟੈਪ ਵੀ ਸੀ, ਔਰ ਬਹੁਤ ਸਾਰੇ ਲੋਕ ਮੈਨੂੰ ਮਨਾ ਕਰਦੇ ਰਹੇ, ਮੇਰੇ ਸੀਨੀਅਰਸ, ਮੇਰੇ ਟੀਚਰਸ, ਮੇਰੇ ਆਸ-ਪਾਸ ਜੋ ਮੈਨੂੰ ਪਿਆਰ ਕਰਦੇ ਨੇ, ਉਹ ਕਹਿ ਰਹੇ ਨੇ ਕਿ ਇਹ ਨਹੀਂ ਕਰਨਾ ਚਾਹੀਦਾ, ਇਹ ਨਾ ਕਰ, ਇਹ ਤੈਨੂੰ ਪ੍ਰੋਬਲਮ ਵਿੱਚ ਲੈ ਕੇ ਜਾਏਗਾ। ਹੁਣ ਮੈਨੂੰ 5 ਸਾਲ ਹੋ ਗਏ, 2023 ਖੜੇ ਹਾਂ ਮੈਂ, ਜਦੋਂ ਪਿੱਛੇ ਦੇਖਣਾ ਤੇ ਅਗਰ ਤੁਸੀਂ ਮੈਨੂੰ ਪੁੱਛੋ ਕਿ ਕਿਵੇਂ ਲੱਗਦਾ ਹੈ, ਤੇ ਮੈਨੂੰ ਲੱਗਦਾ ਕਿ ਮੈਂ ਜ਼ਿੰਦਗੀ 'ਚ ਇੱਕ ਕੰਮ ਜੋ ਚੰਗਾ ਕੀਤਾ, ਉਹ ਇਹ ਕੀਤਾ ਕਿ ਮੈਂ ਉਸ ਨੌਕਰੀ ਨੂੰ ਛੱਡ ਦਿੱਤਾ। ਕਿਉਂਕਿ ਉਹ ਨੌਕਰੀ ਫਸਾ ਕੇ ਰੱਖੀ ਹੋਈ ਸੀ। ਔਰ ਮੈਂ ਤੁਹਾਨੂੰ ਦੱਸ ਦਿਆਂ, ਇਹ ਸਬਜ਼ ਬਾਗ ਨਾ ਦੁਨੀਆ ਬਣਾਉਂਦੀ ਹੈ। ਤੁਹਾਨੂੰ ਲੋਕ ਕਹਿਣਗੇ ਰੁਲ ਜਾਏਗਾ, ਕੋਟ ਅਨਕੋਟ ਕਹਿ ਰਿਹਾ, ਕੁਝ ਨਹੀਂ ਬਣੇਗਾ, ਬੇੜਾ ਗਰਕ, ਐਵੇਂ ਜਿਹੇ ਸ਼ਬਦ ਬਹੁਤ ਸਾਰੇ ਤੁਹਾਡੇ ਉੱਤੇ ਆਉਣਗੇ। ਹੋਰ ਤੁਹਾਡੇ ਆਸ-ਪਾਸ ਦੇ ਲੋਕ ਹੀ ਕਹਿਣਗੇ ਰੁਲ ਜਾਏਗਾ, ਤੇ ਘੱਟੋ ਘੱਟ ਮੈਂ 50 ਵਾਰ ਸੁਣਿਆ ਹੋਏਗਾ ਕਿ ਰੁਲ ਜਾਏਗਾ, ਰੁਲ ਜਾਏਗਾ। ਕਈ ਵਾਰ ਮੈਨੂੰ ਕਿਹਾ ਗਿਆ ਰੁਲ ਜਾਏਗਾ। ਉਹ ਰੁਲ ਜਾਏਗਾ ਵਾਲਾ ਜੋ ਸ਼ਬਦ ਹੈਗਾ ਨਾ, ਉਹ ਤੁਹਾਨੂੰ ਇੱਕ ਸੈਂਸ ਵਿੱਚ ਐਨਕਰੇਜਮੈਂਟ ਵੀ ਦਿੰਦਾ ਹੈ ਕਿ ਠੀਕ ਹੈ, ਹੁਣ ਦੇਖੀਏ ਕਿ ਕਿੱਥੇ ਰੁਲਾਂਗੇ ਤੇ ਕਿੱਥੋਂ ਨਿਕਲਾਂਗੇ। ਆਈ ਥਿੰਕ ਉਹ 5 ਸਾਲਾਂ 'ਚ ਮੈਂ ਇਹ ਰਿਅਲਾਈਜ਼ ਜ਼ਰੂਰ ਕਰ ਲਿਆ ਕਿ ਸਵੇਰੇ ਜਦੋਂ ਮੈਂ ਉੱਠਣਾ, ਮੈਂ ਆਪਣੇ ਵਾਸਤੇ ਉੱਠਣਾ, ਮੈਂ ਕਿਸੇ ਹੋਰ ਵਾਸਤੇ ਨਹੀਂ ਉੱਠਦਾ। ਉਸ ਤੋਂ ਜ਼ਿਆਦਾ ਸੈਟਿਸਫਾਈਂਗ ਕੁਛ ਵੀ ਨਹੀਂ ਹੈਗਾ। ਫਿਲਮਾਂ ਵਿੱਚ ਮੈਂ ਕਦੇ ਮਤਲਬ ਜਾਣਾ ਨਹੀਂ ਚਾਹੁੰਦਾ ਸੀ, ਨਾ ਹੀ ਐ ਸੀ ਕਿ ਥੀਏਟਰ ਕਰਕੇ ਮੈਂ ਸਿਨੇਮਾ ਕਰਾਂਗਾ। ਉਹ ਕਦੇ ਮੇਰੇ ਮਨ 'ਚ ਗੱਲ ਵੀ ਨਹੀਂ ਸੀ। ਜਨਰਲੀ ਹੁੰਦਾ ਹੈ, ਬੜੇ ਸਾਰੇ ਮੈਂ ਦੇਖਣਾ ਐਕਟਰ ਉਹ ਥੀਏਟਰ ਇਸ ਕਰਕੇ ਕਰਦੇ ਕਿ ਇਵੈਂਚੁਅਲੀ ਥੀਏਟਰ ਕਰਕੇ ਫਿਲਮਾਂ ਦਾ ਰਸਤਾ ਖੁੱਲ੍ਹ ਜਾਏਗਾ, ਕਿਉਂਕਿ ਥੀਏਟਰ ਤੁਹਾਨੂੰ ਐਵੇਂ ਜਿਹੀ ਟ੍ਰੇਨਿੰਗ ਦੇ ਦਿੰਦਾ ਹੈ, ਤੁਹਾਡੀ ਅੰਗਰੇਜ਼ੀ ਜਿਹਨੂੰ ਕਹਿੰਦੇ ਨਾ ਨੂਆਂਸਿਸ ਇੰਨੇ ਕ੍ਰੀਏਟ ਕਰ ਦਿੰਦਾ ਕਿ ਉੱਥੋਂ ਤੁਸੀਂ ਫਿਰ ਸਿਨੇਮਾ ਤੁਹਾਡੇ ਵਾਸਤੇ ਆਸਾਨ ਹੋ ਜਾਂਦਾ ਹੈ। ਮੇਰਾ ਕਦੇ ਵੀ ਐਵੇਂ ਜਿਹਾ ਸੋਰਟ ਆਫ ਫੈਸੀਨੇਸ਼ਨ ਨਹੀਂ ਸੀ ਕਿ ਮੈਂ ਸਿਨੇਮਾ ਕਰਾਂਗਾ। ਬਲਕਿ ਮੈਨੂੰ ਇਹ ਵੀ ਲੱਗਦਾ ਸੀ ਕਿ ਸਿਨੇਮਾ ਬਹੁਤ ਹੀ ਸਟੀਰੀਓਟਿਪਿਕ ਕੰਮ ਹੈਗਾ, ਬਹੁਤ ਸਟੀਰੀਓਟਾਈਪ ਕਰ ਦਿੰਦਾ ਤੁਹਾਨੂੰ ਬਹੁਤ ਤਰੀਕੇ ਨਾਲ। ਤੇ ਮੇਰਾ ਜੋ ਪਹਿਲਾ ਪਿਆਰ ਔਰ ਆਖਰੀ ਪਿਆਰ ਉਹ ਥੀਏਟਰ ਹੀ ਹੈਗਾ। ਉਹਦੇ 'ਚ ਜਿਸ ਤਰ੍ਹਾਂ ਨਾਲ ਅਸੀਂ ਨਾਟਕ ਜਾਂ ਟੈਕਸਟ ਨੂੰ ਇੱਕ ਪਰਫੋਰਮੈਂਸ ਤੱਕ ਪਹੁੰਚਾਈਦਾ, ਉਹਦੀ ਜੋ ਜਰਨੀ ਹੈਗੀ ਉਹ ਬਹੁਤ ਸ਼ਾਨਦਾਰ ਹੈ। ਉਹਦੇ 'ਚ ਸਿੱਖਣ ਨੂੰ ਬਹੁਤ ਮਿਲਦਾ ਹੈ, ਉਹਦੇ 'ਚ ਰਸ ਬਹੁਤ ਹੈ। ਲੇਕਿਨ ਅਸੀਂ ਜਿਸ ਦੁਨੀਆ 'ਚ ਰਹਿ ਰਹੇ ਹਾਂ, ਇੱਥੇ ਕੁਛ ਲੋਕ ਨੇ ਜੋ ਤੁਹਾਡੇ ਕੰਮ ਨੂੰ ਦੇਖ ਵੀ ਰਹੇ ਹੁੰਦੇ, ਅਤੇ ਖਾਸ ਕਰ ਜੋ ਸੋਸ਼ਲ ਮੀਡੀਆ ਹੈ ਉਹਦੇ ਰਸਤੇ ਬਹੁਤ ਸਾਰੇ ਕੰਮਾਂ ਨੂੰ ਬੰਬੇ, ਬਾਲੀਵੁੱਡ, ਫਿਲਮ ਇੰਡਸਟਰੀ ਦੇਖ ਵੀ ਰਹੀ ਹੁੰਦੀ। ਅਤੇ ਪਹਿਲਾ ਜੋ ਕੰਮ ਮੇਰੇ ਹਿੱਸੇ ਆਇਆ, ਉਹ ਮਾਰਗਰੇਟਾ ਵਿਦ ਅ ਸਟਰॉ ਇੱਕ ਫਿਲਮ ਸੋਨਾਲੀ ਬੋਸ ਬਣਾ ਰਹੇ ਸਨ। ਉਹਨਾਂ ਨਾਲ ਮੈਂ ਉਸ ਤੋਂ ਪਹਿਲੇ ਇੱਕ ਛੋਟਾ ਸਾ ਫਿਲਮ ਕੀਤਾ ਸੀ, ਅੰਮੂ, 1984 ਦੇ ਦੰਗਿਆਂ ਦੇ ਬਾਰੇ, ਅਤੇ ਮੈਂ ਇੱਕ ਆਟੋ ਰਿਕਸ਼ਾ ਡਰਾਈਵਰ ਦਾ ਰੋਲ ਪਲੇ ਕੀਤਾ ਸੀ ਵਿਦ ਸੋਨਾਲੀ ਬੋਸ ਓਨਲੀ। 10 ਸਾਲ ਬਾਅਦ ਉਹਨਾਂ ਮਾਰਗਰੇਟਾ ਵਿਦ ਅ ਸਟਰॉ ਬਣਾਇਆ, ਅਤੇ ਪਹਿਲੀ ਵਾਰ ਮੈਨੂੰ ਕਿਹਾ ਗਿਆ ਕਿ ਇਹ ਸਕ੍ਰਿਪਟ ਅਸੀਂ ਤੁਹਾਨੂੰ ਭੇਜ ਰਹੇ ਹਾਂ, ਤੁਸੀਂ ਪੜ੍ਹੋ। ਮੈਂ ਸਕ੍ਰਿਪਟ ਪੜ੍ਹੀ, ਹੋਰ ਇਹ ਸਭ ਕਿਵੇਂ ਹੋ ਰਿਹਾ, ਫੇਸਬੁੱਕ 'ਤੇ ਮੇਰੇ ਕੰਮ ਨੂੰ ਦੇਖਿਆ ਜਾ ਰਿਹਾ ਹੈ, ਕਦੇ ਕੋਈ ਫੋਟੋਜ਼ ਦੇਖ ਰਿਹਾ, ਕੁਛ ਕਰ ਰਿਹਾ। ਉਦੋਂ ਦਿੱਲੀ ਵਿੱਚ ਇੱਕ ਐਕਟਰ ਚਾਹੀਦਾ ਸੀ, ਔਰ ਮੈਨੂੰ ਜਦੋਂ ਸਕ੍ਰਿਪਟ ਭੇਜੀ ਗਈ, ਮੈਂ ਪੜ੍ਹੀ ਅਤੇ ਮੈਨੂੰ ਚੰਗੀ ਲੱਗੀ ਸਕ੍ਰਿਪਟ, ਅਤੇ ਮੈਨੂੰ ਕਿਹਾ ਗਿਆ ਤੁਸੀਂ ਆ ਜਾਓ ਮਿਲਣ ਵਾਸਤੇ। ਜਦੋਂ ਮੈਂ ਮਿਲਣ ਗਿਆ ਅਤੇ ਉੱਥੇ ਫਿਰ ਕੁਛ ਸਕਰੀਨ ਟੈਸਟ ਹੁੰਦੇ ਨੇ, ਸਕਰੀਨ ਟੈਸਟ ਲਏ ਗਏ, ਐਂਡ ਦੈਨ ਫਾਈਨਲੀ ਆਈ ਵਾਜ਼ ਟੇਕਨ ਇਨ। ਉਹ ਮੇਰਾ ਪਹਿਲਾ ਲੰਬਾ ਪ੍ਰੋਜੈਕਟ ਸੀ ਇਨ ਟਰਮਸ ਆਫ ਸਿਨੇਮਾ। ਮੈਂ ਕਦੇ ਉਹਦੇ ਪਿੱਛੇ ਭੱਜਿਆ ਨਹੀਂ ਸੀ। ਮੈਂ ਅਕਸਰ ਆਪਣੇ ਐਕਟਰਸ ਨੂੰ ਕਹਿੰਦਾ ਕਿ ਜੇ ਤੁਸੀਂ ਫਿਲਮਾਂ ਦੇ ਪਿੱਛੇ ਹੀ ਭੱਜਦੇ ਰਹੇ, ਤਾਂ ਪ੍ਰੋਬਲਮ ਇਹ ਵੇ ਕਿ ਨਾ ਤੁਸੀਂ ਥੀਏਟਰ ਦੀ ਟ੍ਰੇਨਿੰਗ ਢੰਗ ਨਾਲ ਲੈ ਪਾਓਗੇ, ਔਰ ਫਿਲਮਾਂ ਮਿਲਦੀਆਂ ਨਾ ਮਿਲਦੀਆਂ, ਉਹਦੇ ਪਿੱਛੇ ਬਹੁਤ ਕੁਛ ਹੋਰ ਜੰਜਾਲ ਚੱਲਦਾ। ਅਤੇ ਤੁਸੀਂ ਆਪਣੀ ਟ੍ਰੇਨਿੰਗ ਪੂਰੀ ਕਰ ਲਓ, ਫਿਰ ਜਿਸ ਸਮੇਂ ਤੁਹਾਡਾ ਕੰਮ ਤੁਹਾਨੂੰ ਆਪ ਆਉਂਦਾ ਹੋਏਗਾ, ਅਤੇ ਜਿਨ੍ਹਾਂ ਨੂੰ ਤੁਹਾਡੀ ਲੋੜ ਹੈ ਉਹ ਆਪੇ ਹੀ ਆ ਜਾਣਗੇ। ਮੈਂ ਜਿਉਂ ਦਾ ਐਗਜ਼ਾਮਪਲ ਹਾਂ, ਮੈਂ ਕਦੇ ਬੰਬੇ ਨਹੀਂ ਗਿਆ ਕਿ ਮੈਂ ਉੱਥੇ ਜਾ ਕੇ ਸਟਰਗਲ ਕਰਾਂ। ਮੈਂ ਕਦੇ ਫਿਲਮਾਂ ਦੇ ਪਿੱਛੇ ਨਹੀਂ ਭੱਜਿਆ ਕਿ ਮੈਨੂੰ ਫਿਲਮ ਚਾਹੀਦੀ ਹੈ।
ਵਿੱਚ ਤੇ ਮੈਂ ਆਡੀਸ਼ਨ ਦੇਣਾ ਵੀ ਬੰਦ ਕਰ ਦਿੱਤੇ ਕਿਉਂਕਿ ਮੈਨੂੰ ਲੱਗਦਾ ਸੀ ਕਿ ਆਡੀਸ਼ਨ ਦੇ ਪ੍ਰੋਸੈਸਿਸ ਬਹੁਤ ਖਰਾਬ ਨੇ। ਹੋਰ ਮੈਨੂੰ ਲੱਗਦਾ ਇਹਦੇ ਪਿੱਛੇ ਇੱਕ ਹੀ ਕਾਰਨ ਹੈ ਕਰਨ ਦਾ। ਐਨ ਐਵੇਂ ਨਾ ਸਮਝਣਾ ਕਿ ਮੈਂ ਬਹੁਤ ਅਹੰਕਾਰ ਜਾਂ ਬਹੁਤ ਐਰੋਗੈਂਸ ਤੋਂ ਬੋਲ ਰਿਹਾ। ਮੈਨੂੰ ਇਹ ਲੱਗਦਾ ਸੀ ਕਿ ਮੈਨੂੰ ਆਪਣੇ ਕੰਮ ਦੀ ਜਾਂਚ ਹੈ, ਮੈਨੂੰ ਪਤਾ ਹੈ ਮੇਰਾ ਕੰਮ ਕੀ ਹੈ। ਮੈਂ ਉਸ ਪ੍ਰੋਸੈਸ ਨੂੰ ਬਹੁਤ ਨਜ਼ਦੀਕੀਓਂ ਦੇਖਿਆ ਹੈਗਾ ਅਤੇ ਫਿਲਮਾਂ ਵਿੱਚ ਜਿਸ ਕਿਸਮ ਦੇ ਕਿਰਦਾਰ, ਜਿਸ ਕਿਸਮ ਦੀ ਚੀਜ਼ਾਂ ਚਾਹੀਦੀਆਂ ਨੇ, ਉਹ ਬਹੁਤ ਦੂਜੀਆਂ ਕਿਸਮ ਦੀਆਂ ਹਨ। ਐਂਡ ਆਈ ਵਾਜ਼ ਹੈਪੀ ਡੂਇੰਗ ਮਾਈ ਓਨ ਵਰਕ ਇਨ ਥੀਏਟਰ। ਹੋਰ ਸਸਟੇਨੇਬਿਲਿਟੀ ਵੀ ਹੋ ਗਈ ਸੀ। ਅਟੈਲੀਅਰ ਲਗਭਗ 10 ਸਾਲ ਪੁਰਾਣਾ ਹੋ ਚੁੱਕਿਆ ਸੀ ਅਤੇ ਮੈਨੂੰ ਲੱਗਦਾ ਸੀ ਕਿ ਇਹ ਕੰਮ ਠੀਕ ਚੱਲ ਹੀ ਰਿਹਾ। ਮਾਰਗਰੀਟਾ ਵਿਦ ਅ ਸਟ੍ਰॉ ਬਹੁਤ ਹੀ ਪਿਆਰ ਨਾਲ ਮੈਨੂੰ ਆਫਰ ਕੀਤੀ ਗਈ, ਹੋਰ ਬਹੁਤ ਪਿਆਰ ਨਾਲ ਨਿਭਾਈ ਵੀ ਗਈ। ਮੈਨੂੰ ਲੱਗਦਾ ਬਹੁਤ ਹੀ ਸੋਹਣਾ ਕੰਮ ਮਾਰਗਰੀਟਾ ਵਿਦ ਅ ਸਟ੍ਰॉ ਦੇ ਜ਼ਰੀਏ ਮੈਂ ਕੀਤਾ। ਹੋਰ ਮੈਨੂੰ ਉਹਦੇ ਬਾਅਦ ਵੀ ਕੋਈ ਭਾਜੜਾਂ ਨਹੀਂ ਸਨ ਕਿ ਮੈਂ ਸਿਨੇਮਾ ਕਰਨਾ। ਜੋ ਮੈਂ ਦੇਖ ਪਾਉਂਦਾ 6 ਮਹੀਨੇ ਦੀ ਵਰਕਸ਼ਾਪ ਤੋਂ ਬਾਅਦ ਦਿੱਲੀ ਤੋਂ ਐਕਟਰ ਬੰਬਈ ਚਲਾ ਜਾਂਦਾ ਹੈ। ਕੀ ਕਰਨ ਹੁਣ ਖੁਦ ਨਹੀਂ ਪਤਾ ਹੁੰਦਾ, ਫਿਰ ਕਈ ਸਾਲ ਸਟਰਗਲ ਕਰਦਾ ਅਤੇ ਉਹ ਕਹਿੰਦੇ ਜਿੰਨੇ ਲੋਕ ਟ੍ਰੇਨਾਂ ਭਰ ਕੇ ਉੱਥੇ ਜਾਂਦੇ ਉਸ ਤੋਂ ਡਬਲ ਟ੍ਰੇਨਾਂ ਭਰ ਕੇ ਲੋਕ ਵਾਪਸ ਆਉਂਦੇ। ਅਤੇ ਮੇਰਾ ਕੋਈ ਰੁਝਾਨ ਨਹੀਂ ਸੀ ਐਵੇਂ ਜੀ ਸਟਰਗਲ ਕਰਨ ਦਾ ਬੰਬੇ ਜਾ ਕੇ, ਜਿੱਥੇ ਮੈਨੂੰ ਸਿਨੇਮਾ ਦਾ ਕੰਮ ਮਿਲੇ। ਬਟ ਹਾਂ, ਕੁਛ ਆਈਡੀਆਜ਼ ਸਨ ਜਿਹਦੇ 'ਚ ਮੈਂ ਚਾਹੁੰਦਾ ਸੀ ਕਿ ਸਿਨੇਮਾ ਬਣਾ ਸਕਦੇ ਹਾਂ। ਸਕ੍ਰਿਪਟ ਹੈਗੀ, ਸਕਰੀਨ ਪਲੇ ਹੈਗਾ, ਉਹ ਮੈਂ ਕੁਛ ਲਿਖ ਵੀ ਰਿਹਾ ਸੀ। ਜਿਵੇਂ ਇੱਕ ਫਿਲਮ ਹੈਗੀ ਹੀਰ ਸ਼ੇਕਸਪੀਅਰ, ਉਹ ਮੈਂ ਲਿਖੀ। ਹੀਰ ਵਾਰਿਸ ਸ਼ਾਹ ਅਤੇ ਵਿਲੀਅਮ ਸ਼ੇਕਸਪੀਅਰ ਦੇ ਕੁਛ ਨਾਟਕਾਂ ਨੂੰ ਟੈਕਸਟ ਨੂੰ ਮਿਲਾ ਕੇ ਲਿਖੀ ਗਈ। ਉਹ ਈਸਟ ਐਂਡ ਵੈਸਟ ਦੇ ਆਈਡੀਆ ਆਫ ਲਵ ਨੂੰ ਦੇਖਦੀ ਹੈ। ਉਸ ਫਿਲਮ ਦੀ ਵੀ ਕਹਾਣੀ ਬੜੀ ਇੰਟਰਸਟਿੰਗ ਹੈ ਕਿ ਜਦੋਂ ਮੈਂ ਉਹ ਸੁਡਾਨ ਜਾਂਦਾ ਸੀ ਅਤੇ ਮੈਂ ਜਦੋਂ ਪ੍ਰੋਡਿਊਸਰ ਨੂੰ ਕਹਿੰਦਾ ਸੀ ਕਿ ਇਟਸ ਅ ਫਿਲਮ ਅਬਾਊਟ ਲਵ, ਅਤੇ ਉਹ ਮੈਨੂੰ ਕਹਿੰਦੇ ਸਨ ਅੱਛਾ ਇਟਸ ਅ ਲਵ ਸਟੋਰੀ। ਮੈਂ ਕਹਿੰਦਾ ਸੀ ਨਹੀਂ ਇਟਸ ਨਾਟ ਅ ਲਵ ਸਟੋਰੀ, ਇਟਸ ਅ ਫਿਲਮ ਅਬਾਊਟ ਲਵ। ਅਤੇ 3 ਵਾਰੀ ਲੋਕਾਂ ਅੱਧੇ ਸੁਣਦੇ ਹੋਏ ਫਿਲਮ ਦੀ ਕਹਾਣੀ ਵਿੱਚ ਕਿਹਾ ਕਿ ਠੀਕ ਹੈ, ਸਮਝ ਆ ਗਈ। ਉਹਨਾਂ ਨੂੰ ਸ਼ਾਇਦ ਨਹੀਂ ਵੀ ਸਮਝ ਆਈ, ਉਹ ਨਹੀਂ ਵੀ ਲੈਣਾ ਚਾਹੁੰਦੇ ਸਨ। ਨੰਦਾਲੈਸ ਉਹ ਫਿਲਮ ਅਜੇ ਵੀ ਜਿਉਂਦੀ ਹੈ। ਹੁਣ ਮੈਂ ਕੋਸ਼ਿਸ਼ ਕਰ ਰਿਹਾ ਕਿ ਹੁਣ ਅਗਲੇ ਕੁਛ ਸਾਲਾਂ 'ਚ ਬਣਾਵਾਂ। ਮੈਂ ਥੋੜ੍ਹਾ ਵਾਪਸ ਪਿੱਛੇ ਆਉਣਾ। ਸਟਰਗਲ ਥੀਏਟਰ ਦੀ ਆਪਣੀ ਹੈਗੀ, ਫਿਲਮਾਂ ਦੀ ਵੀ ਆਪਣੀ ਸਟਰਗਲ ਹੈ, ਲੇਕਿਨ ਮੇਰੇ ਵਾਸਤੇ ਜ਼ਰੀਆ ਇਹ ਨਹੀਂ ਸੀ ਕਿ ਥੀਏਟਰ ਕਰਕੇ ਮੈਂ ਫਿਲਮਾਂ ਚਲੇ ਜਾਵਾਂਗਾ। ਇਹ ਵੀ ਗੱਲ ਨਹੀਂ ਸੀ ਕਿ ਫਿਲਮਾਂ ਨਹੀਂ ਕਰਾਂਗਾ। ਇਹ ਸੀ ਕਿ ਜੋ ਇੰਟਰਸਟਿੰਗ ਕੰਮ ਹੋਏਗਾ, ਜਿੱਥੇ ਲੱਗੇਗਾ ਕਿ ਇਹ ਬਾਇਜ਼ਤ ਕੰਮ ਕੀਤਾ ਜਾ ਰਿਹਾ ਹੈ, ਉਹ ਕਰਾਂਗੇ। ਕੁਛ ਲੋਕ ਇਹ ਵੀ ਕਹਿੰਦੇ ਸਨ ਕਿ ਇੱਕ ਆਈਡੈਂਟੀਟੀ ਦਾ ਵੀ ਮਸਲਾ ਹੈਗਾ। ਯੂ ਆਰ ਅ ਸਿੱਖ ਵਿਦ ਅ ਬੀਅਰਡ ਐਂਡ ਅ ਟਰਬਨ, ਹਾਊ ਵੁੱਡ ਯੂ ਆਪਰੇਟ ਇਨ ਦ ਕਾਈਂਡ ਆਫ ਸਫੀਅਰ ਵਿਚ ਇਜ਼ ਬਾਲੀਵੁੱਡ। ਅਤੇ ਜੇ ਤੁਸੀਂ ਮੇਰੇ ਬਾਡੀ ਆਫ ਵਰਕ ਨੂੰ ਦੇਖੋ, ਉਹ ਸਾਰਾ ਨਾਨ ਪੰਜਾਬੀ ਹਿੰਦੀ ਸਿਨੇਮਾ ਵਾਲਾ ਕੰਮ ਹੈਗਾ। ਅਤੇ ਮੈਨੂੰ ਲੱਗਦਾ ਹੈ ਕਿ ਇਹ ਇੱਕ ਔਰਗੈਨਿਕ ਡਿਵੈਲਪਮੈਂਟ ਹੁੰਦੀ ਹੈਗੀ ਸਾਡੇ ਜ਼ਿੰਦਗੀ ਵਿੱਚ, ਜਦੋਂ ਅਸੀਂ ਕੁਛ ਕੰਮ ਨੂੰ ਬਹੁਤ ਸ਼ਿੱਦਤ ਨਾਲ ਕਰਦੇ ਹਾਂ, ਸਾਡਾ ਕਨੈਕਸ਼ਨ ਉਹਦੇ ਨਾਲ ਬਣ ਰਿਹਾ ਹੁੰਦਾ ਹੈ, ਅਤੇ ਉਹ ਰੀਚ ਆਊਟ ਕਰ ਜਾਂਦੀ ਹੈ ਅਤੇ ਤੁਹਾਨੂੰ ਕੰਮ ਮਿਲਣਾ ਸ਼ੁਰੂ ਹੋ ਜਾਂਦਾ ਹੈ। ਮਾਰਗਰੀਟਾ ਵਿਦ ਅ ਸਟ੍ਰॉ ਤੋਂ ਬਾਅਦ ਬਹੁਤ ਸਾਰੇ ਰੋਲ ਮੈਨੂੰ ਮਾਰਗਰੀਟਾ ਵਿਦ ਅ ਸਟ੍ਰॉ ਦਾ ਜੋ ਕਿਰਦਾਰ ਮੈਂ ਨਿਭਾਇਆ ਸੀ, ਬੱਲੂ, ਉਵੇਂ ਜੇ ਮਿਲਣਾ ਸ਼ੁਰੂ ਹੋਏ। ਮੈਂ ਫਿਰ ਰੈਸਟਰੇਂਟ ਰੱਖਿਆ ਕਿ ਸਟੀਰੀਓਟਾਈਪ ਫਿਰ ਹੋ ਜਾਏਗਾ, ਉਵੇਂ ਜੇ ਕਿਰਦਾਰ ਮਿਲਣਾ ਸ਼ੁਰੂ ਹੋ ਰਹੇ ਨੇ, ਅਤੇ ਆਈ ਸਟਾਰਟਿਡ ਲੁਕਿੰਗ ਐਟ ਇਟ। ਹੋਰ ਮੈਂ ਬਹੁਤ ਚੂਜ਼ੀ ਸੀ ਕਿ ਇਹ ਕਰਨਾ ਹੈ ਨਹੀਂ ਕਰਨਾ। ਸਬਸੀਕੁਐਂਟਲੀ ਅਸੀਂ ਦੇਖ ਪਾਉਂਦੇ ਹਾਂ ਕਿ OTT ਇੱਕ ਬਹੁਤ ਸਟਰੋਂਗ ਤਰੀਕੇ ਨਾਲ ਇਮਰਜ ਹੁੰਦਾ ਹੈ, ਖਾਸ ਕਰ ਕੋਵਿਡ ਦੇ ਦੌਰਾਨ, ਅਤੇ ਹੋਰ ਉਸ ਆਪਣੀ ਜਗ੍ਹਾ ਬਣਾ ਲਈ। ਸਿਨੇਮਾ ਪਿੱਛੇ ਰਹਿ ਜਾਂਦਾ ਹੈ, ਅਤੇ OTT ਦੇ ਪਲੇਟਫਾਰਮ ਵਿੱਚ ਇੱਕ ਸੈਂਸ ਵਿੱਚ ਡੈਮੋਕਰੇਟਾਈਜੇਸ਼ਨ ਵੀ ਸਾਨੂੰ ਦਿਸਦਾ ਹੈ। ਉਹਨਾਂ ਨੂੰ ਰੀਅਲ ਕੈਰੈਕਟਰਸ ਚਾਹੀਦੇ ਨੇ, ਅਤੇ ਉੱਥੇ ਬਹੁਤ ਸਾਰਾ ਕੰਮ ਸਿਨੇਮਾ ਰਿਲੇਟਿਡ, ਅਗਰ ਅਸੀਂ ਹੁਣ ਸਿਨੇਮਾ ਕਹਿੰਦੇ ਹਾਂ, OTT ਰਿਲੇਟਿਡ ਮੈਨੂੰ ਮਿਲਣਾ ਸ਼ੁਰੂ ਹੋਇਆ। ਬਰੀਦ ਇਨਟੂ ਦਾ ਸ਼ੈਡੋਜ਼ ਜੋ ਵੈਬ ਸੀਰੀਜ਼ ਹੈਗੀ ਐਮਾਜ਼ੋਨ 'ਤੇ, ਉਹਦੇ 'ਚ ਇੱਕ ਪ੍ਰਿਤਪਾਲ ਸਿੰਘ ਭਾਰਜ ਦਾ ਬਹੁਤ ਹੀ ਇੰਟਰਸਟਿੰਗ ਕੈਰੈਕਟਰ ਸੀ ਜੋ ਮੈਂ ਪਲੇ ਕੀਤਾ। ਸਬਸੀਕੁਐਂਟਲੀ TVF ਦੀ ਇੱਕ ਸੀਰੀਜ਼ ਆਈ ਐਸਪੀਰੈਂਟਸ, ਉਹਦੇ 'ਚ ਇੱਕ ਵਾਲੀਆ ਦਾ ਕਿਰਦਾਰ ਸੀ, ਉਹ ਮੈਂ ਕੀਤਾ। ਹੁਣੇ ਨੈਟਫਲਿਕਸ 'ਤੇ ਇੱਕ ਵੈਬ ਸੀਰੀਜ਼ ਉਪਹਾਰ ਸਿਨੇਮਾ ਦੇ ਬਾਰੇ ਆਈ ਹੈ, ਟਰਾਇਲ ਬਾਏ ਫਾਇਰ, ਉਹਦੇ 'ਚ KTS ਤੁਲਸੀ ਦਾ ਇੱਕ ਕਿਰਦਾਰ ਮੈਂ ਕੀਤਾ। ਰੋਹਿਤ ਜੁਗਰਾਜ ਨੇ ਬੰਬੇ ਫਿਲਮ ਡਾਇਰੈਕਟਰ, ਉਹਨਾਂ ਮੇਰਾ ਇੱਕ ਕੰਮ ਦੇਖਿਆ ਸੀ, ਐਸਪੀਰੈਂਟ ਸੀ, ਅਤੇ ਉਹ ਪੰਜਾਬ ਦੇ ਇੱਕ ਬਹੁਤ ਵੱਡੇ ਗਾਇਕ ਹੋਏ ਚਮਕੀਲਾ,
ਉਹਨਾਂ 'ਤੇ ਇੱਕ ਵੈੱਬ ਸੀਰੀਜ਼ ਬਣਾ ਰਹੇ ਨੇ ਸੋਨੀ ਲਿਵ ਦੀ ਲਿਵ ਵਾਸਤੇ, ਅਤੇ ਉਹਦੇ 'ਚ ਮੈਂ ਇੱਕ ਦਲਿਤ ਜਰਨਲਿਸਟ ਦਾ ਕਿਰਦਾਰ ਪਲੇ ਕੀਤਾ ਜੋ ਹੁਣੇ ਹੀ ਜਨਵਰੀ ਵਿੱਚ ਸ਼ੂਟ ਹੋਈ ਹੈ। ਅਤੇ ਜਦੋਂ ਰੋਹਿਤ ਨੂੰ ਮੈਂ ਪੁੱਛਿਆ ਕਿ ਉਹਨਾਂ ਮੇਰੇ ਬਾਰੇ ਕਿੱਥੋਂ ਜਾਣਿਆ, ਅਤੇ ਉਹ ਕਹਿ ਰਹੇ ਸਨ ਕਿ ਮੈਂ ਐਸਪੀਰੈਂਟਸ ਦੇਖੀ ਤੀ ਔਰ ਮੈਨੂੰ ਲੱਗਿਆ ਕਿ ਤੁਸੀਂ ਇਹ ਜ਼ਰੂਰ ਕੰਮ ਕਰ ਪਾਓਗੇ। ਅਤੇ ਮੈਂ ਬਸ ਕਹਿਣ ਦੀ ਇਹ ਕੋਸ਼ਿਸ਼ ਕਰ ਰਿਹਾ ਕਿ ਜਦੋਂ ਤੁਸੀਂ ਆਪਣਾ ਬਾਡੀ ਆਫ ਵਰਕ ਕਰ ਰਹੇ ਹੁੰਦੇ ਹੋ ਵਿਦਆਊਟ ਥਿੰਕਿੰਗ ਕਿ ਮੈਂ ਪਹੁੰਚਣਾ ਕਿੱਥੇ, ਅਤੇ ਲੋਕ ਤੁਹਾਡੇ ਕੰਮ ਨੂੰ ਦੇਖ ਰਹੇ ਹੁੰਦੇ ਨੇ। ਬਟ ਇੱਕ ਗੱਲ ਇਹ ਰਹੀ ਕਿ ਜੋ ਵੀ ਕਰ ਰਿਹਾ ਸੀ ਉਹ ਸ਼ਿੱਦਤ ਨਾਲ ਕਰ ਰਿਹਾ ਸੀ, ਅਤੇ ਕੰਮ ਹੁੰਦੇ ਹੁੰਦੇ ਲੋਕਾਂ ਤੱਕ ਉਹ ਕੰਮ ਦਿਖ ਵੀ ਜਾਂਦਾ ਹੈ, ਅਤੇ ਫਿਰ ਲੋਕ ਲੈਣਾ ਵੀ ਤੁਹਾਨੂੰ ਸ਼ੁਰੂ ਕਰ ਦਿੰਦੇ ਨੇ, ਕੰਮ ਦੇਣਾ ਵੀ ਸ਼ੁਰੂ ਕਰ ਦਿੰਦੇ ਨੇ। ਮਤਲਬ ਬੜਾ ਕੁਛ ਚੱਲ ਰਿਹਾ ਹੁੰਦਾ ਹੈ, ਐਂਡ ਸਰਟੇਨਿਟੀ ਵਰਗੀ ਕੋਈ ਚੀਜ਼ ਹੈ ਨਹੀਂ। ਮਤਲਬ ਹੋਰ ਸਾਨੂੰ ਬਾਰ-ਬਾਰ ਲੱਗਦਾ ਹੈ ਕਿ ਬੜਾ ਸੀਕੁਐਂਸ਼ੀਅਲ ਹੋਏਗਾ, ਇੱਕ ਤੋਂ ਬਾਅਦ ਦੂਜਾ ਨੰਬਰ ਆਏਗਾ, ਦੂਜੇ ਤੋਂ ਬਾਅਦ ਤੀਜਾ ਆਏਗਾ। ਇਹ 1 2 3 4 5 ਵਾਲਾ ਚੱਕਰ ਹੈ ਨਹੀਂ। ਪਤਾ ਨਹੀਂ ਕਿੱਥੇ ਕੀ ਹੋਣਾ ਹੈ, ਉਹ ਅਨਸਰਟਨ ਹੈਗਾ। ਕਈ ਵਾਰ ਤੁਸੀਂ ਕਿਸੇ ਚੀਜ਼ ਦੇ ਪਿੱਛੇ ਲੱਗੇ ਹੁੰਦੇ ਹੋ, ਉਹ ਵਰਕਆਊਟ ਨਹੀਂ ਹੁੰਦਾ। ਕਈ ਵਾਰ ਤੁਸੀਂ ਚੀਜ਼ ਨੂੰ ਛੱਡ ਦਿੰਦੇ ਹੋ, ਉਹ ਫਿਰ ਆਪੇ ਹੀ ਵਰਕਆਊਟ ਹੋਣਾ ਸ਼ੁਰੂ ਹੋ ਜਾਂਦੀਆਂ ਹਨ। ਅਤੇ ਮੇਰੀ ਜ਼ਿੰਦਗੀ 'ਚ ਤਾਂ ਉਹ ਬਹੁਤ ਹੋਇਆ ਕਿ ਜਦੋਂ ਮੈਂ ਥੀਏਟਰ ਕਰ ਰਿਹਾ ਸੀ ਅਤੇ ਸਿਨੇਮਾ ਆ ਗਿਆ। ਜਦੋਂ ਮੈਂ ਸਿਨੇਮਾ ਕਰ ਰਿਹਾ ਸੀ ਅਤੇ ਰਾਈਟਿੰਗ ਆ ਗਈ। ਹੁਣ ਮੈਂ ਰਾਈਟਿੰਗ ਕਰਨਾ ਅਤੇ ਮੈਨੂੰ ਅੱਜ ਕੱਲ੍ਹ OTT ਵਿੱਚ ਐਕਟਰਸ ਟ੍ਰੇਨਰ ਦੀ ਤਰ੍ਹਾਂ ਬੁਲਾ ਲਿਆ ਜਾਂਦਾ। ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਚੀਜ਼ਾਂ ਫਿਕਸ ਕਰਨੀਆਂ ਵੀ ਨਹੀਂ ਚਾਹੀਦੀਆਂ। ਜਿਸ ਮੂਮੈਂਟ 'ਤੇ ਤੁਹਾਨੂੰ ਜੋ ਪਸੰਦ ਆ ਰਿਹਾ ਹੋਏ ਉਹਨੂੰ ਨਿਭਾਉਣਾ ਚਾਹੀਦਾ। ਹੋਰ ਨਾਲ ਇੱਕ ਆਪਣਾ ਜ਼ਿੰਦਗੀ ਦਾ ਪੈਸ਼ਨ ਜ਼ਰੂਰ ਰੱਖਣਾ ਚਾਹੀਦਾ, ਜੋ ਕਿ ਕੌਨਸਟੈਂਟ ਰਹੇ, ਜੋ ਕਦੇ ਵੇਵਰ ਨਾ ਕਰੇ। ਜੋ ਕਾਸਟਿੰਗ ਦਾ ਪੂਰਾ ਸਿਨਾਰੀਓ ਹੈਗਾ ਫਿਲਮਾਂ 'ਚ, ਉਹ ਕਦੇ ਸਮਝ ਨਹੀਂ ਆ ਸਕਦਾ। ਬਹੁਤ ਹੀ ਉਲਝਿਆ ਕੰਮ ਹੈ। ਮਸਲਨ ਜਿਨ੍ਹਾਂ ਫਿਲਮਾਂ ਵਾਸਤੇ ਮੈਂ ਬਹੁਤ ਚੰਗੇ ਆਡੀਸ਼ਨ ਦਿੱਤੇ ਔਰ ਮੈਨੂੰ ਬਹੁਤ ਲੱਗਿਆ ਕਿ ਇਹ ਹੋ ਜਾਣਗੇ, ਉਹ ਵਰਕਆਊਟ ਨਹੀਂ ਹੋਏ। ਮਸਲਨ ਇੱਕ ਫਿਲਮ ਪਿੱਛੇ ਬੇਸਿਕਲੀ ਐਂਥੋਲੋਜੀ ਜੋ ਹੈਗੀ ਨਾ ਮਾਡਰਨ ਲਵ ਦੀ, ਮੁੰਬਈ ਵਾਲੀ, ਉਹਦੇ 'ਚ ਇੱਕ ਵਿਸ਼ਾਲ ਭਾਰਦਵਾਜ ਸਾਹਿਬ ਦੀ ਫਿਲਮ ਵਾਸਤੇ ਇੱਕ ਪੱਪੀ ਸਿੰਘ ਦਾ ਕੈਰੈਕਟਰ ਸੀ। ਮੈਂ ਬਹੁਤ ਹੀ ਜਜ਼ਬੇ ਨਾਲ ਉਸ ਕੈਰੈਕਟਰ ਦਾ ਆਡੀਸ਼ਨ ਦਿੱਤਾ ਸੀ, ਮਲਟੀਪਲ ਰਾਊਂਡਸ ਦਿੱਤੇ। ਉਹ ਮੈਨੂੰ ਲੱਗਿਆ ਕਿ ਮੇਰੇ 'ਚ ਇੰਟਰਸਟਿਡ ਨੇ, ਇਸ ਕਰਕੇ ਮਲਟੀਪਲ ਰਾਊਂਡਸ ਲੈ ਰਹੇ ਨੇ, ਬਟ ਇਵੈਂਚੁਅਲੀ ਉਹ ਨਹੀਂ ਹੋਇਆ। ਔਰ ਬਾਅਦ 'ਚੋਂ ਜਦੋਂ ਸਕਰੀਨ 'ਤੇ ਦੇਖਿਆ ਅਤੇ ਨਸੀਰੂਦੀਨ ਸ਼ਾਹ ਸਾਹਿਬ ਨਿਭਾ ਰਹੇ ਸਨ ਉਸ ਕੈਰੈਕਟਰ ਨੂੰ। ਮੈਨੂੰ ਉਸ ਗੱਲ ਦੀ ਕੋਈ ਪ੍ਰੋਬਲਮ ਨਹੀਂ ਹੈ, ਬਟ ਮੈਨੂੰ ਲੱਗਿਆ ਕਿ ਘੱਟੋ ਘੱਟ ਮੈਨੂੰ ਇਨਫੋਰਮ ਕਰ ਦਿੱਤਾ ਜਾਂਦਾ ਕਿ ਅਸੀਂ ਤੁਹਾਨੂੰ ਇਸ ਕਰਕੇ ਨਹੀਂ ਲੈ ਰਹੇ ਕਿਉਂਕਿ ਇਹ ਪ੍ਰੋਬਲਮਸ ਨੇ, ਗੈਪਸ ਨੇ, ਅਤੇ ਹੋ ਸਕਦਾ ਮੈਂ ਐਜ਼ ਐਨ ਐਕਟਰ ਇੰਪਰੂਵ ਕਰ ਪਾਉਂਦਾ। ਨੰਨਦਾਲੈਸ ਐਸਪੀਰੈਂਟਸ ਵਾਸਤੇ TVF ਦੇ ਮੈਨੂੰ ਬਸ ਕਾਲ ਆਇਆ ਸੀ ਕਿ ਤੁਸੀਂ ਇਹ ਰੋਲ ਕਰ ਰਹੇ ਹੋ, ਕੋਈ ਆਡੀਸ਼ਨ ਟੈਸਟ ਨਹੀਂ ਚਾਹੀਦਾ, ਕੁਛ ਨਹੀਂ ਚਾਹੀਦਾ, ਡਾਇਰੈਕਟਰ ਇਜ਼ ਵੈਰੀ ਸ਼ੋਰ ਦੈਟ ਯੂ ਆਰ ਡੂਇੰਗ ਇਟ। ਐਸਪੀਰੈਂਟਸ ਦਾ ਕੰਮ ਦੇਖ ਕੇ ਰੋਹਿਤ, ਜੁਗਰਾਜ, ਚਮਕ ਜੋ ਚਮਕੀਲਾ 'ਤੇ ਫਿਲਮ ਬਣ ਰਹੀ ਹੈ ਉਹਦੇ 'ਚ ਰੋਲ ਦੇ ਦਿੰਦੇ ਨੇ, ਉਹਦੇ 'ਚ ਵੀ ਮੈਂ ਕੋਈ ਆਡੀਸ਼ਨ ਨਹੀਂ ਦਿੱਤਾ। ਅਤੇ ਕਈ ਵਾਰ ਤੁਸੀਂ ਬਹੁਤ ਤਿਆਰੀ ਕਰਦੇ ਹੋ ਕੁਛ ਰੋਲ ਵਾਸਤੇ, ਉਹ ਨਹੀਂ ਹੁੰਦਾ। ਕਈ ਵਾਰ ਤੁਸੀਂ ਤਿਆਰੀ ਨਹੀਂ ਕਰਦੇ, ਲੋਕ ਤੁਹਾਡੇ ਕੰਮ ਨੂੰ ਦੇਖਦੇ ਨੇ ਅਤੇ ਲੈ ਲੈਂਦੇ ਨੇ। ਅਤੇ ਇਸ ਕਰਕੇ ਮੈਂ ਕਹਿੰਦਾ ਬਹੁਤ ਉਲਝਿਆ ਕੰਮ ਹੈ। ਇਹਨਾਂ ਸਾਰੀ ਜੰਜਾਲ ਤੋਂ ਮੈਨੂੰ ਇੱਕ ਗੱਲ ਇਹ ਸਮਝ ਆਉਂਦੀ ਕਿ ਆਪਣੇ ਕੰਮ ਨੂੰ ਕਰਦੇ ਰਹੋ। ਕੁਛ ਚੀਜ਼ਾਂ ਵਰਕਆਊਟ ਕਰਨਗੀਆਂ, ਕੁਛ ਚੀਜ਼ਾਂ ਕਦੇ ਵਰਕਆਊਟ ਨਹੀਂ ਕਰਨਗੀਆਂ। ਹੋਰ ਕਦੇ ਵੀ ਮੈਂ ਆਪਣੇ ਵਾਸਤੇ ਇਹ ਸੋਚਿਆ ਸੀ ਕਿ ਮੈਂ ਆਪਣਾ ਬੇਸ ਸ਼ਿਫਟ ਨਹੀਂ ਕਰਾਂਗਾ ਫਰੋਮ ਦਿੱਲੀ ਟੂ ਬੰਬੇ, ਕਿਉਂਕਿ ਉਹ ਬੰਬੇ ਇੱਕ ਅਲੱਗ ਹੀ ਨਗਰੀ ਹੈਗੀ। ਉੱਥੇ ਫਿਰ ਜਾ ਕੇ ਤੁਸੀਂ ਥੀਏਟਰ ਨਹੀਂ ਕਰਦੇ, ਉੱਥੇ ਜਾ ਕੇ ਕੁਛ ਹੋਰ ਹੀ ਕਰ ਰਹੇ ਹੁੰਦੇ। ਬਹੁਤ ਸਾਰੇ ਸਟੂਡੈਂਟਸ, ਬਹੁਤ ਸਾਰੇ ਯਾਰ ਦੋਸਤ ਮਿੱਤਰ ਸ਼ਿਫਟ ਇਸ ਕਰਕੇ ਕਰਦੇ ਕਿ ਬੰਬੇ ਜਾ ਕੇ ਥੀਏਟਰ ਵੀ ਕਰਾਂਗੇ, ਸਿਨੇਮਾ ਵੀ ਕਰਾਂਗੇ। ਉਹ ਮੈਨੂੰ ਲੱਗਦਾ ਹੈ ਕਿ ਅਨਫੋਰਚੂਨੇਟ ਇਹ ਹੁੰਦਾ ਕਿ ਨਾ ਉਹ ਸਿਨੇਮਾ ਕਰ ਪਾਉਂਦੇ, ਨਾ ਉਹ ਥੀਏਟਰ ਕਰ ਪਾਉਂਦੇ। ਹੋਰ ਇੱਕ ਬਹੁਤ ਹੀ ਅਜੀਬ ਜਿਹੇ ਰੱਟ ਵਿੱਚ ਪੈ ਜਾਂਦੇ ਨੇ ਸਵੇਰੇ ਤੋਂ ਸ਼ਾਮ ਤੱਕ। ਨਾਟ ਦੈਟ ਆਈ ਡੋਂਟ ਰਿਸਪੈਕਟ ਦੇਅਰ ਵਰਕ, ਬਹੁਤ ਹੀ ਜਨੂਨੀ ਬੰਦੇ ਨੇ, ਬਟ ਮੈਂ ਆਪਣੇ ਵਾਸਤੇ ਰਾਹ ਇਹ ਚੁਣਿਆ ਸੀ ਕਿ ਮੈਂ ਆਪਣਾ ਬੇਸ ਛੱਡ ਕੇ ਨਹੀਂ ਜਾਵਾਂਗਾ, ਜਿੱਥੇ ਮੈਂ ਰਹਿੰਦਾ, ਜਿੱਥੇ ਮੇਰੇ ਲੋਕ ਰਹਿੰਦੇ ਨੇ। ਹੋਰ ਮੇਰੇ ਪਿੱਛੇ ਮੇਰੀ ਫੈਮਿਲੀ ਵੀ ਸੀ ਅਤੇ ਆਈ ਵਾਂਟਡ ਟੂ ਬੀ ਵਿਦ ਦੈਮ। ਅਤੇ ਮੈਨੂੰ ਕੋਈ ਪੁੱਛਦਾ ਕਿ ਦੋਨੋਂ 'ਚੋਂ ਕੀ ਚੂਜ਼ ਕਰੇਗਾ, ਕਰੀਅਰ ਜਾਂ ਫੈਮਿਲੀ, ਅਤੇ ਮੈਂ ਤਾਂ ਸਾਫ਼ ਕਿਹਾ ਸੀ ਕਿ ਫੈਮਿਲੀ ਇਜ਼ ਮੱਚ ਮੋਰ ਇੰਪੋਰਟੈਂਟ ਦੈਨ ਕਰੀਅਰ। ਕਰੀਅਰ ਬਣ ਜਾਂਦੇ ਹੈਗੇ, ਫੈਮਿਲੀ ਨਹੀਂ ਬਣਦੀ। ਕਰਦੇ ਸਾਡੇ ਡੂਜ਼ ਅਤੇ ਡੋਂਟਸ ਡਿਸਾਈਡ ਹੋਣਾ ਸ਼ੁਰੂ ਹੋ ਗਏ ਕਿ ਇਹ ਕੰਮ ਕਰ ਸਕਦੇ ਹਾਂ ਅਤੇ ਇਹ ਕੰਮ ਨਹੀਂ ਕਰਨਾ ਚਾਹੀਦਾ। ਹੋਰ ਉਹਦਾ ਆਧਾਰ ਇਹ ਨਹੀਂ ਸੀ ਕਿ ਇਹ ਚੱਲ ਰਿਹਾ ਹੈ, ਨਹੀਂ ਚੱਲ ਰਿਹਾ। ਉਹਦਾ ਆਧਾਰ ਇਹ ਸੀ ਕਿ ਸੋਸ਼ਲੀ, ਕਲਚਰਲੀ, ਪੋਲੀਟੀਕਲੀ
ਅਸੀਂ ਸਾਰੇ ਬਹੁਤ ਅਵੇਅਰ ਸੀ ਜਿਸ ਥੀਏਟਰ ਗਰੁੱਪ ਨਾਲ ਮੈਂ ਕੰਮ ਕਰਨਾ ਟੈਲੀਅਰ ਨਾਲ, ਅਸੀਂ ਐਵੇਂ ਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੁੰਦੇ ਸੀ ਜੋ ਬਸ ਕਰਨ ਵਾਸਤੇ ਕਰਨਾ ਹੋਏ। ਉਹਦੇ ਪਿੱਛੇ ਵਿਚਾਰ ਸੀ, ਉਹਦੇ ਪਿੱਛੇ ਇੱਕ ਸੋਝੀ ਸੀ। ਉਹਦਾ ਅਗਰ ਸੋਸ਼ਲ, ਪੋਲੀਟੀਕਲ, ਕਲਚਰਲ ਕੰਟੈਕਸਟ ਨਹੀਂ ਹੈਗਾ ਤੇ ਉਹ ਫਿਰ ਨਾਟਕ ਸਾਡੇ ਵਾਸਤੇ ਮੀਨਿੰਗਲੈਸ ਵੀ ਹੈਗਾ। ਤੇ ਮੈਂ ਰਿਅਲਾਈਜ਼ ਕੀਤਾ ਰਾਈਟ ਫਰੋਮ ਦ ਬਿਗਿਨਿੰਗ 2004 ਤੋਂ ਲੈ ਕੇ ਹੁਣੇ ਤੱਕ ਦੇ ਜਿੰਨੇ ਵੀ ਕੰਮ ਨੇ, ਮੇਜਰਲੀ ਕੰਮ ਅਸੀਂ ਇਸ ਸੋਝੀ ਨਾਲ ਕੀਤੇ। ਮੈਂ ਜਦੋਂ ਥੀਏਟਰ ਸ਼ੁਰੂ ਕੀਤਾ ਸੀ ਤਾਂ ਸਾਡੇ ਜੋ ਸੀਨੀਅਰਸ ਨੇ, ਨਾਂ ਲੈਣ ਦੀ ਲੋੜ ਨਹੀਂ, ਸਾਰੇ ਇਹੀ ਕਹਿੰਦੇ ਸਨ ਬੜਾ ਔਖਾ ਹੈ, ਬੜਾ ਔਖਾ ਹੈ, ਕੁਝ ਸਾਲ 4 ਸਾਲ 5 ਸਾਲ ਮੁਸ਼ਕਿਲਾਤ ਆਉਣਗੀਆਂ, ਉਹਦੇ ਬਾਅਦ ਫਿਰ ਇਹ ਹੋਏਗਾ ਉਹ ਹੋਏਗਾ, ਐਵੇਂ ਜਿਵੇਂ ਨਾ ਨੀਅਤ ਕੀਤੇ ਅਸੀਂ ਕਿ ਇਹ ਸਟੈਪ ਵਾਈਜ਼ ਐਵੇਂ ਚੱਲਣਾ ਹੈ ਤੇ ਇੱਥੇ ਜਾ ਕੇ ਥੀਏਟਰ ਬੰਦ ਹੋ ਜਾਣਾ ਹੈ। ਮੈਨੂੰ ਲੱਗਦਾ ਹੈ ਕਿ ਉਹ ਸਭ ਤੋਂ ਵੱਡੀ ਪ੍ਰੋਬਲਮ ਹੈ, ਔਰ ਉਹ ਕ੍ਰਾਈਸਿਸ ਸਾਡਾ ਨਹੀਂ ਸੀ, ਮੇਰੀ ਜਨਰੇਸ਼ਨ ਦਾ ਉਹ ਕ੍ਰਾਈਸਿਸ ਨਹੀਂ ਹੈ, ਉਹ ਕ੍ਰਾਈਸਿਸ ਉੱਪਰ ਦੀ ਜਨਰੇਸ਼ਨ ਦਾ ਸੀ। ਔਰ ਨੋਇੰਗਲੀ ਅਨਨੋਇੰਗਲੀ ਉਹ ਸਾਰਾ ਦਾ ਸਾਰਾ ਕ੍ਰਾਈਸਿਸ ਸਾਡੇ ਸਿਰ ਦੇ ਉੱਤੇ ਪਾਇਆ ਜਾਂਦਾ ਸੀ। ਸਾਨੂੰ ਇਹ ਵੀ ਕਿਹਾ ਗਿਆ ਕਿ 5 ਸਾਲ ਥੀਏਟਰ ਬੰਦ ਹੋ ਜਾਂਦਾ ਜੀ, ਤੇ ਅਸੀਂ ਵੀ ਡਰ ਗਏ ਕਿ 5 ਸਾਲਾਂ 'ਚ ਸ਼ਾਇਦ ਹੋ ਜਾਂਦਾ ਹੋਏ ਬੰਦ। ਉਹ ਕਹਿੰਦੇ ਸ਼ੈਲਫ ਲਾਈਫ ਹੈਗੀ 5 ਸਾਲ, ਪਹਿਲੇ ਕੁਛ ਸਾਲ ਤੁਸੀਂ ਖੂਬ ਪੈਸ਼ਨ ਨਾਲ ਕਰਦੇ ਹੋ, ਤੀਜੇ ਚੌਥੇ ਸਾਲ ਤੱਕ ਤੁਹਾਡੇ ਪੈਸੇ ਵੀ ਮੁੱਕ ਜਾਂਦੇ ਤੇ 5ਵੇਂ ਸਾਲ ਤੁਹਾਡੇ ਘਰ ਵਾਲੇ ਕਹਿੰਦੇ ਸੀ ਚਲੋ ਇਹਦਾ ਵਿਆਹ ਵਿਊ ਕਰਾਓ ਤੇ ਖਤਮ ਕਰੋ। ਆਈ ਮੀਨ ਉਸ ਕਿਸਮ ਦੇ ਫਾਰਮੈਟ ਵਿੱਚ ਜਦੋਂ ਥੀਏਟਰ ਨੂੰ ਦੇਖਿਆ ਜਾਂਦਾ ਸੀ, ਉਸ ਫਾਰਮੈਟ ਵਿੱਚ ਅਸੀਂ ਆਪਣੇ ਰਸਤੇ ਆਪ ਕੱਢ ਰਹੇ ਸੀ। ਅਟੈਲੀਅਰ ਹੁਣ 2024 ਵਿੱਚ 20 ਸਾਲ ਪੂਰੇ ਕਰ ਲਏਗਾ ਤੇ ਮੈਨੂੰ ਨਹੀਂ ਪਤਾ 20 ਸਾਲ ਕਿੰਨੇ 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 ਸਟਰਗਲ ਦੇ ਰਹੇ। ਮਤਲਬ ਮੈਂ ਅਗਰ ਗਿਣਤੀ ਗਿਣਨਾ ਸ਼ੁਰੂ ਕਰਾਂ ਤੇ ਮੈਨੂੰ ਲੱਗਦਾ ਪਤਾ ਨਹੀਂ 20 ਸਾਲ ਜਿਵੇਂ 40 ਸਾਲ ਬਿਤਾ ਦਿੱਤੇ ਹੋਣ ਇਸ ਥੀਏਟਰ ਨਾਲ ਹੀ। ਹੋਰ ਜਿਸ ਘਰ ਤੋਂ ਅਸੀਂ ਆਉਂਦੇ ਹਾਂ, ਜਿਸ ਘਰ ਤੋਂ ਮੈਂ ਆਉਣਾ, ਉਹ ਵੀ ਇੱਕ ਟਿਪੀਕਲ ਮਿਡਲ ਕਲਾਸ ਬਿਜ਼ਨਸ ਫੈਮਿਲੀ, ਜਿੱਥੇ ਕੋਈ ਵੱਡਾ ਐਵੇਂ ਜਿਹਾ ਨਹੀਂ ਜੋ ਕਹਿ ਸਕੇ ਕਿ ਐਨ ਐਵੇਂ ਕਰ ਲਓ ਤੇ ਐਨ ਐਵੇਂ ਕਰ ਲਓ। ਹੈਂਡ ਟੂ ਮਾਊਥ ਬਿਜ਼ਨਸ ਕਰਨਾ ਹੈ ਤਾਂ ਕਿ ਘਰ ਚੱਲ ਸਕੇ ਤੇ ਅਗਾਂਹ ਗੁਜ਼ਰਾਨ ਹੋ ਸਕੇ। ਮੈਨੂੰ ਲੱਗਦਾ 20 ਸਾਲ ਪਹਿਲੇ ਦੀ ਗੱਲ ਹੋਏਗੀ, ਇੱਕ ਡਾਕੂਮੈਂਟਰੀ ਫਿਲਮ ਮੇਕਰ ਜੋ ਥੀਏਟਰ ਕਰਨੇ ਵਾਲੇ ਜੋ ਪ੍ਰੈਕਟੀਸ਼ਨਰਸ ਨੇ ਉਹਨਾਂ ਦੇ ਘਰ ਵਾਲਿਆਂ ਨੇ ਇੰਟਰਵਿਊ ਕਰਨਾ ਚਾਹੁੰਦਾ ਸੀ, ਇਹ ਪੁੱਛਣ ਲਈ ਕਿ ਉਹ ਕੀ ਫੀਲ ਕਰਦੇ ਨੇ ਜਦੋਂ ਉਹਨਾਂ ਦੇ ਘਰ ਦੇ ਲੋਕ ਥੀਏਟਰ ਕਰਦੇ ਨੇ ਤੇ ਉਹਨਾਂ ਨੂੰ ਕਿਵੇਂ ਲੱਗਦਾ ਹੈ। ਤੇ ਮੇਰੀ ਮੰਮੀ ਦਾ ਵੀ ਉਹਨਾਂ ਇੱਕ ਬਾਈਟ ਲੈਣਾ ਸੀ। ਮੇਰੀ ਮਾਂ ਦਾ ਜਦੋਂ ਬਾਈਟ ਲਿਆ ਤੇ ਉਹ ਕੈਮਰਾ ਫਰੈਂਡਲੀ ਤੇ ਨਹੀਂ ਸਨ, ਨਾ ਹੀ ਉਹਨਾਂ ਨੂੰ ਕੈਮਰਾ 'ਤੇ ਕਿਵੇਂ ਗੱਲ ਕਰਨੀ ਹੈ ਜਾਂਚ ਸੀ। ਉਹ ਬੈਠ ਗਏ ਤੇ ਉਹ ਜੋ ਡਾਕੂਮੈਂਟਰੀ ਫਿਲਮ ਮੇਕਰ ਸੀ ਉਹਨਾਂ ਨੂੰ ਪੁੱਛਦਾ ਜੀ ਆਪਕੋ ਕਿਆ ਲੱਗਤਾ ਹੈ ਕਿਆ ਹੋਗਾ। ਉਹ ਮੇਰੀ ਮਾਂ ਤੇ ਗੱਲ ਕਰਦੇ ਰੋ ਵੀ ਪਈ ਤੇ ਇਹ ਵੀ ਕਹਿਣ ਲੱਗੀ ਕਿ ਦੇਖੋ ਸਿੱਖ ਫੈਮਲੀਆਂ 'ਚ ਤੇ ਕੋਈ ਥੀਏਟਰ ਕਰਦਾ ਵੀ ਨਹੀਂ ਵਗੈਰਾ। ਉੱਥੋਂ ਵੀ ਇੱਕ ਸਟੀਰੀਓਟਾਈਪ, ਇੱਕ ਸੋਚ ਦੇਖੋ ਕਿਵੇਂ ਇਮਰਜ ਹੁੰਦੀ ਹੈ ਜਦੋਂ ਘਰ ਦੇ ਲੋਕ ਕਹਿ ਰਹੇ ਹੋਣ ਕਿ ਸਾਡੇ ਤੇ ਕੁਨਬਿਆਂ 'ਚ ਕਿਸੇ ਥੀਏਟਰ ਨਹੀਂ ਕੀਤਾ ਤੇ ਇਹ ਕੀ ਕਰੀ ਜਾਂਦਾ, ਕਿੱਥੇ ਚੱਲੀ ਜਾਂਦਾ। ਤੇ ਉਹ ਇੱਕ ਮਿਡਲ ਕਲਾਸ ਇਨਸਿਕਿਉਰਿਟੀ ਹੈਗੀ ਜੋ ਮੇਰੀ ਮਾਂ ਦੇ ਮੂੰਹ 'ਚੋਂ ਨਿਕਲਦੀ ਹੈ। ਉਹ ਵੀਡੀਓ ਹੁਣ ਵੀ ਮੇਰੇ ਕੋਲ ਪਿਆ ਹੁੰਦਾ। ਇਨਫੈਕਟ ਮੈਂ ਕਦੇ ਪੁਰਾਣੇ ਵੀਡੀਓਜ਼ ਦੇਖਣਾ ਤੇ ਮੈਨੂੰ ਹਾਸਾ ਵੀ ਆਉਂਦਾ, ਹੋਰ ਉਹ ਕਈ ਵਾਰ ਰੋਏ ਵੀ ਬੋਲਦੇ ਤੇ ਉਹ ਬੜਾ ਇਮੋਸ਼ਨਲੀ ਤੁਹਾਨੂੰ ਮਤਲਬ ਸਟਰ ਵੀ ਕਰਦਾ ਕਿ ਇਹ ਕੀ ਹੋ ਰਿਹਾ। ਅੱਜ ਮੈਂ ਜਦੋਂ ਦੇਖਣਾ ਉਹ 20 ਸਾਲ ਪੁਰਾਣਾ ਵੀਡੀਓ ਤੇ ਮੈਨੂੰ ਨਾ ਬਹੁਤ ਸਕੂਨ ਮਿਲਦਾ ਹੈ ਇਹ ਸੋਚ ਕੇ ਕਿ ਉਹ ਇੱਕ ਸਟੇਜ ਸੀ ਜਦੋਂ ਅਨਸਰਟਨ ਸੀ ਸਾਰਾ, ਹੋਏਗਾ ਨਹੀਂ ਹੋਏਗਾ, ਕਰ ਪਾਵਾਂਗੇ ਨਹੀਂ ਕਰ ਪਾਵਾਂਗੇ, ਇਹ ਸਾਰੇ ਦਿਮਾਗ ਵਿੱਚ ਵਿਚਾਰ ਆਉਂਦੇ ਸਨ, ਮੇਰੇ ਹੀ ਨਹੀਂ ਆਸ-ਪਾਸ ਲੋਕਾਂ ਦੇ। 20 years later ਹੁਣ ਉਹੀ ਸਾਰੇ ਲੋਕ ਇਨਕਲੂਡਿੰਗ ਮੇਰੇ ਪੇਰੈਂਟਸ, ਮੇਰੀ ਭੈਣਾਂ, ਮੇਰੇ ਫੈਮਿਲੀ ਮੈਂਬਰਸ, ਦੇ ਟੇਕ ਪ੍ਰਾਈਡ ਇਨ ਸੇਇੰਗ ਕਿ ਸਾਡਾ ਭਰਾ ਜਾਂ ਮੇਰਾ ਬੇਟਾ ਥੀਏਟਰ ਕਰਦਾ ਹੈ। ਹੋਰ ਉਹਨਾਂ ਨੇ ਇਸ ਗੱਲ ਦਾ ਮਾਣ ਹੁੰਦਾ ਹੈ ਕਿ ਉਹ ਇੱਕ ਆਰਟਸ ਪ੍ਰੈਕਟਿਸ ਕਰਦਾ ਹੈ ਤੇ ਉਹਦੇ 'ਚ ਰੁੱਝੇ ਹੈ ਤੇ ਬਹੁਤ ਹੀ ਪ੍ਰੋਫਾਊਂਡਲੀ ਇਨਵੋਲਵਡ ਹੈਗਾ। ਔਰ ਇਸ ਗੱਲ ਨੂੰ ਜਦੋਂ ਮੈਂ ਦੇਖ ਪਾਉਂਦਾ ਤਾਂ ਮੈਨੂੰ ਲੱਗਦਾ ਕਿ ਇਹ 20 ਸਾਲ ਮੈਂ ਵੇਸਟ ਨਹੀਂ ਕੀਤੇ, ਕਿੱਥੇ ਇਨਵੋਲਵ ਹੋ ਕੇ ਚੰਗੇ ਪਾਸੇ
ਲੱਗ ਗਏ। ਔਰ ਉਸ ਤੋਂ ਬਾਕੀ ਜੋ ਚੀਜ਼ਾਂ ਨਿਕਲੀਆਂ ਉਹ ਤੇ ਅਸੀਂ ਕਹੀਏ ਇੱਕ ਐਕਸਟਰਾ ਸੋਰਟ ਆਫ ਤੁਹਾਨੂੰ ਚੀਜ਼ਾਂ ਮਿਲ ਰਹੀਆਂ ਨੇ, ਚਾਹੇ ਉਹ ਸਿਨੇਮਾ ਹੋਏ, ਚਾਹੇ ਕੋਈ ਵੱਡੇ ਪ੍ਰੋਜੈਕਟਸ ਹੋਣ। ਬਟ ਇਹ ਸੁਣਨਾ ਹੀ ਕਿ ਤੁਹਾਡੇ ਫੈਮਿਲੀ ਦੇ ਲੋਕ ਇਸ ਗੱਲ ਵਿੱਚ ਮਾਣ ਕਰਦੇ ਨੇ ਕਿ ਤੁਸੀਂ ਜੋ ਕਰ ਰਹੇ ਹੋ ਉਹ ਬਹੁਤ ਹੀ ਚੰਗਾ ਹੈ, ਇਹ ਬਹੁਤ ਸਕੂਨ ਦਿੰਦਾ ਹੈ। ਇਹ ਇੱਕ ਗੱਲ। ਦੂਜੀ ਗੱਲ, ਮੈਨੂੰ ਇਹ ਲੱਗਦਾ ਕਿ ਜੋ ਜਿਸ ਕਿਸਮ ਦਾ ਸਾਡੇ ਆਸ-ਪਾਸ ਸਿਨੇਮਾ ਹੋ ਰਿਹਾ ਹੈ, ਹੋਰ ਅਚਾਨਕ ਇਹ ਵੀ ਦੇਖਦੇ ਹਾਂ ਕਿ ਸਿਨੇਮਾ ਦਾ ਰੁਝਾਨ ਪੰਜਾਬ 'ਚ ਬਹੁਤ ਹੈ। ਓਰੀਜਨਲ ਫਿਲਮਾਂ, ਅਡੈਪਟੇਸ਼ਨਸ, ਰੀਮੇਕ ਬਹੁਤ ਸਾਰੇ ਬਣ ਰਹੇ ਨੇ। ਤੁਸੀਂ ਅਗਰ ਪਿਛਲੇ 5 ਸਾਲ ਦੀ ਫਿਲਮਾਂ ਹੀ ਦੇਖ ਲਓ, ਉਹਦੇ 'ਚ ਤੁਹਾਨੂੰ ਘੱਟੋ ਘੱਟ ਨਹੀਂ ਤਾਂ 20, 25, 30 ਫਿਲਮਾਂ ਪੰਜਾਬ 'ਤੇ ਦੇਖਣਗੀਆਂ। ਹੁਣ ਉਹਦੇ ਜੋ ਰੈਪਰਜ਼ੈਂਟੇਸ਼ਨ ਹੈਗਾ ਪੰਜਾਬ ਦਾ, ਜਾਂ ਪੰਜਾਬੀ ਦਾ, ਜਾਂ ਪੰਜਾਬੀਅਤ ਦਾ, ਜਾਂ ਸਿੱਖ ਕਿਰਦਾਰਾਂ ਦਾ, ਉਹ ਬੜਾ ਪ੍ਰੋਬਲਮੈਟਿਕ ਵੀ ਦਿਸਦਾ ਹੈ। ਹੁਣ ਐਕਟਰ ਨੂੰ ਅਗਰ ਘਰ ਬੋਲਣਾ ਨਾ ਆਏ, ਐਕਟਰ ਨੂੰ ਅਗਰ ਭਾਜੀ ਬੋਲਣਾ ਨਾ ਆਏ, ਉਹ ਪਾਜੀ ਜਾਂ ਭਾਜੀ ਕਰ ਰਿਹਾ ਹੈ, ਜਾਂ ਉਹ ਘਰ ਬੋਲ ਰਿਹਾ ਹੈ, ਤੇ ਫਿਰ ਮੈਨੂੰ ਲੱਗਦਾ ਨਹੀਂ ਕਿ ਉਸ ਐਕਟਰ ਨੂੰ ਰੋਲ ਦੇਣਾ ਵੀ ਚਾਹੀਦਾ ਹੈ। ਮਤਲਬ ਸਿੱਖਾਂ ਨਾਲ ਤੇ ਬਹੁਤ ਸਾਰੇ ਸਟੀਰੀਓਟਾਈਪ ਬਣੇ ਹੋਏ ਨਾ। ਮੈਨੂੰ ਦੇਖ ਕੇ ਮੈਂ ਕਲਕੱਤਾ ਸੀ, ਕੋਈ ਬਾਹਰ ਅਸੀਂ ਟੈਕਸੀ 'ਚ ਜਾ ਰਹੇ ਸੀ, ਕੋਈ ਮੁੰਡਾ ਦੇਖ ਕੇ ਕਹਿੰਦਾ ਬੱਲੇ ਬੱਲੇ। ਮਤਲਬ ਮੈਂ ਸੋਚ ਰਿਹਾ ਸੀ ਉਹ ਬੱਲੇ ਬੱਲੇ ਕਿੱਥੋਂ ਆਇਆ ਹੋਏਗਾ। ਉਹ ਇੱਕ ਸਟੀਰੀਓਟਾਈਪ ਸਾਡੀ ਆਈਡੈਂਟੀਟੀ ਨੂੰ ਲੈ ਕੇ ਸਿਨੇਮਾ ਟੀਵੀ ਦਿੱਤਾ ਹੈਗਾ। ਮਤਲਬ ਮੈਂ ਸਵੇਰੇ ਉੱਠ ਕੇ ਆਪਣੇ ਘਰ ਬੱਲੇ ਬੱਲੇ ਕਦੇ ਨਹੀਂ ਕਰਦਾ, ਮੈਨੂੰ ਲੱਗਦਾ ਨਹੀਂ ਸਾਡੇ 'ਚ ਕੋਈ ਵੀ ਕਰਦਾ ਹੋਏਗਾ। ਬਟ ਉਹ ਬੱਲੇ ਬੱਲੇ ਇੱਕ ਆਈਡੈਂਟੀਟੀ ਦੇ ਨਾਲ ਜੋੜਿਆ ਗਿਆ ਸਟੀਰੀਓਟਾਈਪ ਹੈ, ਔਰ ਇਹ ਸਿਨੇਮਾ ਕੰਮ ਕਰਦੀਆਂ ਨੇ। ਬਹੁਤ ਜ਼ਰੂਰੀ ਹੈ। ਆਈ ਮੀਨ ਦ ਟਾਈਮ ਹੈਜ਼ ਅਰਾਈਵਡ ਜਦੋਂ ਜੋ ਐਕਟਰ ਰੋਲ ਪਲੇ ਕਰ ਰਿਹਾ ਹੈ, ਚਾਹੇ ਉਹ ਮਾਈਨੋਰਿਟੀ ਕਮਿਊਨਿਟੀ ਦਾ, ਮਸਲਨ ਅਗਰ ਮੰਨ ਲਈਏ ਸਿੱਖ ਦਾ ਰੋਲ ਪਲੇ ਕਰ ਰਿਹਾ ਹੈ, ਉਸ ਭਾਸ਼ਾ ਦਾ, ਉਹਨੂੰ ਉਸ ਭਾਸ਼ਾ ਦਾ ਗਿਆਨ ਜ਼ਰੂਰ ਹੋਏ। ਉਹ ਜਾਣਦਾ ਹੋਏ ਕਿ ਪੰਜਾਬੀ 'ਚ ਘਰ ਹੁੰਦਾ ਹੈ, ਘਰ ਜਾਂ ਘਰ ਨਹੀਂ ਹੁੰਦਾ। ਉਹਨੂੰ ਪਤਾ ਹੋਏ ਕਿ ਭਾਜੀ ਕਿਵੇਂ ਬੋਲਣਾ ਹੈ। ਨਹੀਂ ਤਾਂ ਫਿਰ ਉਹ ਟੁੱਟੀ ਭੱਜੀ ਪੰਜਾਬੀ ਅਸੀਂ ਜਦੋਂ ਸਕਰੀਨ 'ਤੇ ਦੇਖਦੇ ਹਾਂ ਤੇ ਉਹ ਟ੍ਰੇਲਰ ਹੀ ਤੁਹਾਡਾ ਦਿਮਾਗ ਖਰਾਬ ਕਰ ਦਿੰਦਾ, ਔਰ ਤੁਹਾਨੂੰ ਲੱਗਦਾ ਆਈ ਡੋਂਟ ਬਿਲੋਂਗ ਟੂ ਦਿਸ ਵਰਲਡ। ਮਤਲਬ ਫਿਲਮਾਂ ਬਹੁਤ ਸਾਰੀਆਂ ਤੁਸੀਂ ਆਸ-ਪਾਸ ਦੇਖੋਗੇ, ਹੁਣੇ ਪਿੱਛੇ ਹੀ ਕੁਝ ਫਿਲਮਾਂ ਜੋ ਅਡੈਪਟੇਸ਼ਨ ਨੇ ਹਾਲੀਵੁੱਡ ਦੀ ਵੱਡੀ ਫਿਲਮਾਂ ਦਾ, ਜੋ ਅਸੀਂ ਦੇਖ ਪਾਏ, ਉਹਦੇ ਸਾਡੇ ਸੀਨੀਅਰ ਐਕਟਰ, ਸਾਡੇ ਐਵੇਂ ਜਿਹੇ ਐਕਟਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਦੇ ਆਰ ਦਾ ਪਰਫੈਕਟ ਐਕਟਰਸ, ਔਰ ਉਹ ਪਰਫੈਕਸ਼ਨ ਤੋਂ ਥੱਲੇ ਦੀ ਗੱਲ ਨਹੀਂ ਕਰਦੇ। ਉਹ ਪੂਰੀ ਭਾਸ਼ਾ ਨੂੰ ਲੈ ਕੇ ਕਿਰਦਾਰ ਨੂੰ ਉੱਪਰ ਥੱਲੇ ਕਰ ਬੈਠੇ, ਔਰ ਉਹ ਅਨਨੈਸੈਸਰੀ ਇੰਨੀ ਅਟੈਂਸ਼ਨ ਵੀ ਮਿਲੀ ਜਾ ਰਹੀ ਹੈ, ਹਾਲਾਂਕਿ ਉਹ ਫਿਲਮ ਆਪਣੇ ਆਪ 'ਚ ਕਿਰਦਾਰ ਦੇ ਲੈਵਲ 'ਤੇ ਹੀ ਪ੍ਰੋਬਲਮੈਟਿਕ ਹੈਗੀ। ਤਾਂ ਮੈਨੂੰ ਲੱਗਦਾ ਕਿ ਇਹ ਬੜਾ ਜ਼ਰੂਰੀ ਹੈਗਾ। ਹੋਰ ਸਮਾਂ ਆ ਗਿਆ ਕਿ ਜੇ ਪੰਜਾਬ 'ਤੇ, ਪੰਜਾਬੀ 'ਤੇ, ਪੰਜਾਬੀਅਤ 'ਤੇ, ਸਿੱਖ ਆਈਡੈਂਟੀਟੀ 'ਤੇ, ਹੋਰ ਦੂਜੀ ਮਾਈਨੋਰਿਟੀ ਆਈਡੈਂਟੀਟੀ 'ਤੇ ਅਗਰ ਕੈਰੈਕਟਰਾਈਜੇਸ਼ਨ ਕੀਤੀ ਜਾਏ, ਹੋਰ ਕੀਤੀ ਜਾ ਰਹੀ ਹੈ, ਅਤੇ ਉਹਦੀ ਬਾਰੀਕੀਆਂ ਵਿੱਚ, ਉਹਦੀ ਡਿਟੇਲ ਵਿੱਚ ਜਾਣਾ ਬੇਹੱਦ ਜ਼ਰੂਰੀ ਹੈਗਾ ਜੀ। ਉਸ ਜਗ੍ਹਾ ਤੋਂ ਨਿਕਲਣਾ, ਕਾਲਜ ਜਾਣਾ, ਲਿਟਰੇਚਰ ਪੜ੍ਹਨਾ, ਵੱਖ-ਵੱਖ ਥੀਏਟਰ ਡਾਇਰੈਕਟਰਸ ਨਾਲ ਥੀਏਟਰ ਕਰਨਾ, ਉਹਨਾਂ ਦੀ ਸੂਝ ਨੂੰ ਸਮਝਣਾ, ਨਾ ਸਮਝਣਾ, ਆਰਗਿਊ ਕਰਨਾ, ਕਾਊਂਟਰ ਕਰਨਾ, ਅਤੇ ਆਪਣੀ ਕੁਛ ਇੱਕ ਸਮਝ ਬਣਾਉਣਾ, ਔਰ ਉਸ ਸਮਝ ਨਾਲ ਇੱਕ ਥੀਏਟਰ ਗਰੁੱਪ ਦੀ ਸਥਾਪਨਾ ਕਰਕੇ ਉਹਨੂੰ 20 ਸਾਲ ਤੱਕ ਲੈ ਜਾਣਾ, ਮੈਨੂੰ ਲੱਗਦਾ ਹੈ ਇੰਨੀ ਗੱਲ ਹੀ ਮੈਨੂੰ ਬਹੁਤ ਸੰਤੋਸ਼ ਦਿੰਦੀ ਹੈ। ਆਈ ਫੀਲ ਥੈਂਕਫੁਲ ਟੂ ਦੀ ਐਗਜ਼ਿਸਟੈਂਸ, ਔਰ ਮੈਂ ਆਪਣੇ ਵੱਡਿਆਂ ਦਾ, ਗੁਰੂਆਂ ਦਾ ਐਗਜ਼ਿਸਟੈਂਸ ਦਾ, ਜੋ ਵੀ ਅਸੀਂ ਨਾਂ ਦੇਣਾ ਚਾਹੀਏ, ਬਹੁਤ ਸ਼ੁਕਰਗੁਜ਼ਾਰ ਹੁੰਨਾ ਕਿ ਇਹ ਸਮਝ, ਇਹ ਸੋਝੀ ਬਣ ਪਾਈ, ਤਾਂ ਕਿ ਅਸੀਂ ਉਸ ਲੜੀ ਨੂੰ ਜੋ 2004 ਵਿੱਚ ਸ਼ੁਰੂ ਕੀਤੀ ਸੀ, ਅੱਜ ਪਹੁੰਚੇ ਹਾਂ। ਮੈਂ ਦੇਖਣਾ ਜਦੋਂ ਅਸੀਂ ਟਰੈਵਲ ਕਰਦੇ ਹਾਂ ਆਪਣੇ ਥੀਏਟਰ ਨਾਲ, ਅਤੇ ਜੋ ਲੋਕ ਮਿਲਦੇ, ਦੋਸਤ, ਆਡੀਅੰਸ, ਉਹ ਬਹੁਤ ਪਿਆਰ ਵੀ ਕਰਦੇ, ਨਾਲ ਇੱਕ ਹੋਰ ਟੈਂਡੈਂਸੀ, ਇੱਕ ਹੋਰ ਇੱਕ ਵਿਚਾਰ ਉਹਨਾਂ ਤੋਂ ਸਾਡੇ ਤੱਕ ਪਹੁੰਚਦਾ ਕਿ ਇਹ ਕੰਮ ਬੜੇ ਔਖੇ ਨੇ, ਹੋਰ ਤੁਸੀਂ ਬਹੁਤ ਬਹਾਦਰ ਹੋ। ਇਹ ਗੱਲ ਬਹੁਤ ਐਨਕਰੇਜਮੈਂਟ ਵੀ ਦਿੰਦੀ ਕਿ ਇਹ ਬਹਾਦਰੀ ਦੇ ਕੰਮ ਸਾਡੇ ਪੱਲੇ ਪਏ,
ਤੇ ਅਸੀਂ ਐਨ ਨਿਭਾ ਵੀ ਪਾਏ ਤੇ ਅਜੇ ਤੱਕ ਨਿਭਾ ਵੀ ਰਹੇ ਹਾਂ। ਮੈਂ ਬਸ ਇਹ ਕਹਿਣਾ ਚਾਹਾਂਗਾ ਕਿ ਐਕਟਿੰਗ ਦਾ ਮਤਲਬ ਬਸ ਲਾਈਨਾਂ ਲੈ ਲੈਣਾ ਤੇ ਉੱਚਾ ਚੀਖ ਲੈਣਾ ਜਾਂ ਰੋ ਲੈਣਾ ਨਹੀਂ ਹੈ। ਐਕਟਿੰਗ ਇੱਕ ਪ੍ਰੋਸੈਸ ਹੁੰਦਾ ਹੈਗਾ ਜਿਹਦੇ 'ਚ ਤੁਸੀਂ ਉਸ ਕਿਰਦਾਰ ਦੀ ਬਸ ਚਮੜੀ ਨਹੀਂ ਜਾਣਦੇ, ਚਮੜੀ ਤੋਂ ਅੰਦਰ ਵੀ ਜਾਂਦੇ ਹੋ ਤੇ ਉਸ ਕਿਰਦਾਰ ਦੀ ਸਾਈਕੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ। ਓਬਵੀਅਸਲੀ ਉਹਦੇ ਨਾਲ ਉਹਦੀ ਭਾਸ਼ਾ, ਉਹਦੀ ਸੋਚ ਸਮਝ, ਉਹਦੀ ਡਿਮੈਂਸ਼ਨਸ ਨੂੰ ਪਕੜਨ ਦੀ ਕੋਸ਼ਿਸ਼ ਕਰਦੇ ਹੋ ਤੇ 2 4 6 ਮਹੀਨੇ 'ਚ ਇਹ ਕੰਮ ਹੁੰਦੇ ਨਹੀਂ ਹੈਗੇ। ਕਾਫੀ ਸਾਰੇ ਨਵੇਂ ਐਸਪਾਇਰਿੰਗ ਐਕਟਰਸ ਜਦੋਂ ਮੇਰੇ ਕੋਲ ਆਉਂਦੇ, ਉਹ ਕਹਿੰਦੇ ਸਾਡੇ ਕੋਲ 1 ਸਾਲ ਹੈਗਾ ਤੇ ਮੈਂ ਹੱਥ ਜੋੜ ਕੇ ਉਹਨਾਂ ਨੇ ਇਹ ਬੇਨਤੀ ਕਰਨਾ ਕਿ ਡੋਂਟ ਵੇਸਟ ਯਰ 1 ਈਅਰ ਹੀਅਰ, ਬਿਕੋਜ਼ 1 ਸਾਲ 'ਚ ਕੁਛ ਹੋਣਾ ਨਹੀਂ। ਇਹ ਤਾਂ ਜ਼ਿੰਦਗੀ ਮੰਗਦਾ ਹੈ। ਜਿਵੇਂ ਮੈਂ ਪਹਿਲੇ ਵੀ ਕਹਿ ਰਿਹਾ ਸੀ, ਇਹ ਸਾਰੇ ਮਸਲੇ ਇਸ਼ਕ ਦੇ ਹੈਗੇ। ਜਦ ਤੱਕ ਇਸ਼ਕ ਹੋਏਗਾ ਨਹੀਂ, ਨਾ ਤਾਂ ਐਕਟਿੰਗ ਆਏਗੀ, ਨਾ ਰਾਈਟਿੰਗ ਆਏਗੀ, ਨਾ ਡਾਇਰੈਕਸ਼ਨ ਆਏਗਾ। ਕੰਮ ਕਰਨ ਦੀ ਜਾਚ ਹੀ ਤਾਂ ਆਉਂਦੀ ਹੈ ਜਿਸ ਸਮੇਂ ਇਸ਼ਕ ਪੈਦਾ ਹੋ ਜਾਏ। ਤੇ ਮੇਰੀ ਤਾਂ ਸਲਾਹ ਸਾਰਿਆਂ ਨੂੰ ਇਹੀ ਹੁੰਦੀ ਹੈ ਕਿ ਜੇ ਇਸ਼ਕ ਹੈ ਤਾਂ ਤੇ ਫਿਰ ਇਸ ਸਮੁੰਦਰ 'ਚ ਕੁੱਦਣਾ, ਨਹੀਂ ਤਾਂ ਫਿਰ ਬਾਹਰ ਤੋਂ ਤਮਾਸ਼ਾ ਦੇਖੋ, ਓਨਾ ਹੀ ਚੰਗਾ ਹੈਗਾ। ਬਹੁਤ ਬਹੁਤ ਸ਼ੁਕਰੀਆ ਜੀ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।